Hello everyone, this is Rajwant. Welcome to my YouTube channel. Let's dive in. So आज ਆਪਾਂ ਕਰਨ ਜਾ ਰਹੇ ਹਾਂ 9th class ਦਾ chapter work and energy. So this is also taken from your NCERT book. So first of all, what is work or define work? Work is defined as the product of the force applied on an object and displacement caused due to applied force in the direction of the force. Work ਕੀ ਆ ਸਿੰਪਲ ਜੀ ਵਰਕ ਦੀ ਡੈਫੀਨੇਸ਼ਨ ਆ ਕਿ ਵਰਕ ਇੱਕ ਪ੍ਰੋਡਕਟ ਆ। ਪ੍ਰੋਡਕਟ ਮਤਲਬ ਮਲਟੀਪਲੀਕੇਸ਼ਨ ਆ। ਮਲਟੀਪਲੀਕੇਸ਼ਨ ਆ ਜਾਂ ਆਪਾਂ ਕਹਿ ਦਈਏ ਕਿ ਫੋਰਸ ਤੇ ਡਿਸਪਲੇਸਮੈਂਟ ਨੂੰ ਕਈ ਵਾਰ ਅਸੀਂ ਡੀ ਨਾਲ ਡਿਨੋਟ ਕਰਦੇ ਹਾਂ ਜਾਂ ਕਈ ਵਾਰ ਅਸੀਂ ਇਹਨੂੰ ਐਸ ਨਾਲ ਵੀ ਡਿਨੋਟ ਕਰਦੇ ਹਾਂ। ਇਟ ਇਜ਼ ਅਪ ਟੂ ਯੂ ਕਿ ਤੁਸੀਂ ਕਿਹੜਾ ਲੈਟਰ ਲੈਣਾ ਚਾਹੁੰਦੇ ਹੋ ਇੰਗਲਿਸ਼ ਦਾ। ਐਂਡ ਵਰਕ ਹੁਣ ਹੈ ਕੀ ਆ, ਵਰਕ ਪ੍ਰੋਡਕਟ ਆ, ਦੋ ਚੀਜ਼ਾਂ ਦਾ ਪ੍ਰੋਡਕਟ ਆ, ਦੋ ਚੀਜ਼ਾਂ ਦੀ ਮਲਟੀਪਲੀਕੇਸ਼ਨ ਆ, ਇੱਕ ਫੋਰਸ ਦੀ ਔਰ ਇੱਕ ਡਿਸਪਲੇਸਮੈਂਟ ਦੀ। ਅਸੀਂ ਕੋਈ ਵੀ ਚੀਜ਼ ਦੇ ਉੱਤੇ ਵਰਕ ਕਰਦੇ ਹਾਂ, ਫਸਟ ਆਫ ਆਲ ਅਸੀਂ ਫੋਰਸ ਲਗਾਉਂਦੇ ਹਾਂ ਔਰ ਉਸ ਆਬਜੈਕਟ ਦੇ ਉੱਤੇ ਫੋਰਸ ਲੱਗਿਆ ਤਾਂ ਉਹ ਆਬਜੈਕਟ ਕੀ ਕਰੇਗਾ, ਡਿਸਪਲੇਸ ਹੋਏਗਾ। ਦੋ ਚੀਜ਼ਾਂ ਨੇ, ਪਹਿਲੇ ਹੀ ਫੋਰਸ ਲਗਾਈ, ਫੋਰਸ ਲਗਾਉਣ ਤੋਂ ਬਾਅਦ ਵਰਕ ਕੀ ਕਰੇਗਾ, ਕੁਛ ਡਿਸਪਲੇਸਮੈਂਟ ਸ਼ੋ ਕਰੇਗਾ, ਤਾਂ ਉਹਨਾਂ ਦੋਨਾਂ ਦੇ ਪ੍ਰੋਡਕਟ ਨੂੰ ਅਸੀਂ ਕਹਿ ਰਹੇ ਹਾਂ ਕਿ ਉਹ ਵਰਕ ਹੋ ਰਿਹਾ। ਸੋ ਵਰਕ ਇਜ਼ ਅ ਸਕੇਲਰ ਕੁਆਂਟਿਟੀ। ਵਰਕ ਹਮੇਸ਼ਾ ਸਕੇਲਰ ਕੁਆਂਟਿਟੀ ਹੁੰਦੀ ਆ। ਹੁਣ ਸਕੇਲਰ ਕੁਆਂਟਿਟੀ ਅਸੀਂ ਕਿਹਨੂੰ ਬੋਲਦੇ ਹਾਂ? ਸਕੇਲਰ ਕੁਆਂਟਿਟੀ ਉਹ ਕੁਆਂਟਿਟੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਕੋਲ ਡਾਇਰੈਕਸ਼ਨ ਨਹੀਂ ਹੁੰਦੀ ਬਟ ਉਹਨਾਂ ਦੇ ਕੋਲ ਆਪਣਾ ਮੈਗਨੀਟਿਊਡ ਹੁੰਦਾ। ਹੁਣ ਵਰਕ ਆ, ਵਰਕ ਅਸੀਂ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਲਗਾ ਸਕਦੇ ਹਾਂ, ਇਹਦਾ ਕੋਈ ਡਾਇਰੈਕਸ਼ਨ ਨਹੀਂ ਹੋਏਗਾ, ਹੈ ਨਾ। ਵਰਕ ਦੀ ਕੋਈ ਵੀ ਡਾਇਰੈਕਸ਼ਨ ਨਹੀਂ ਹੋਏਗੀ ਬਟ ਵਰਕ ਹੈਜ਼ ਸਮ ਮੈਗਨੀਟਿਊਡ। ਵਰਕ ਦੇ ਕੋਲ ਆਪਣਾ ਮੈਗਨੀਟਿਊਡ ਹੋਏਗਾ ਬਟ ਉਹਦੇ ਕੋਲ ਡਾਇਰੈਕਸ਼ਨ ਨਹੀਂ ਹੋਏਗੀ। ਸੋ ਉਹਨਾਂ ਕੁਆਂਟਿਟੀਜ਼ ਨੂੰ ਅਸੀਂ ਬੋਲਦੇ ਹਾਂ ਸਕੇਲਰ ਕੁਆਂਟਿਟੀਜ਼। ਆਈ ਹੋਪ ਤੁਹਾਨੂੰ ਫਸਟ ਸਲਾਈਡ ਕਲੀਅਰ ਹੋ ਚੁੱਕੀ ਹੋਏਗੀ। ਸੈਕਿੰਡ ਇਜ਼ ਯੂਨਿਟਸ। ਹੁਣ ਅਸੀਂ ਇੱਥੇ ਯੂਨਿਟਸ ਦੀ ਗੱਲ ਕਰਦੇ ਹਾਂ ਕਿ ਫੋਰਸ ਦੀ ਯੂਨਿਟ ਕੀ ਆ, ਵਰਕ ਦੀ ਯੂਨਿਟ ਕੀ ਆ, ਡਿਸਪਲੇਸਮੈਂਟ ਦੀ ਯੂਨਿਟ ਕੀ ਆ। ਵੈਨ ਯੂ ਪਲੇ ਅ ਸਰਟਨ ਫੋਰਸ ਐਫ ਨਿਊਟਨ ਔਨ ਐਨ ਆਬਜੈਕਟ, ਜਦੋਂ ਅਸੀਂ ਕਿਸੇ ਵੀ ਆਬਜੈਕਟ ਦੇ ਉੱਪਰ ਐਫ ਨਿਊਟਨ ਮਤਲਬ ਫੋਰਸ ਲਗਾ ਰਹੇ ਹਾਂ, ਨਿਊਟਨ ਦੀ ਫੋਰਸ ਦੀ ਜਿਹੜੀ ਯੂਨਿਟ ਆ ਉਹਨੂੰ ਨਿਊਟਨ ਬੋਲਦੇ ਹਾਂ, ਕੁਛ ਐਫ ਨਿਊਟਨ ਫੋਰਸ ਲਗਾ ਰਹੇ ਹਾਂ ਅਸੀਂ, ਹੈ ਨਾ। ਔਰ ਉਹ ਡਿਸਟੈਂਸ ਡੀ ਤੱਕ ਉਹ ਚਲੀ ਗਈ। ਜਿੱਦਾਂ ਮੈਂ ਆਲਰੇਡੀ ਪਹਿਲੀ ਸਲਾਈਡ ਦੇ ਵਿੱਚ ਡਿਸਕਸ ਕੀਤਾ ਸੀਗਾ ਕਿ ਕੋਈ ਇੱਕ ਆਪਣੇ ਕੋਲ ਆਬਜੈਕਟ ਆ, ਉਹਦੇ ਉੱਤੇ ਮੈਂ ਫੋਰਸ ਐਫ ਲਗਾ ਰਹੀ ਹਾਂ ਔਰ ਉਹ ਡਿਸਟੈਂਸ ਡੀ ਦੇ ਨਾਲ ਮੂਵ ਕਰ ਰਹੀ ਆ। ਦੈਨ ਉਹੀ ਉਹਨਾਂ ਨੇ ਫਿਰ ਦੁਬਾਰਾ ਉਸ ਡੈਫੀਨੇਸ਼ਨ ਨੂੰ ਰਿਵਾਈਂਡ ਕੀਤਾ, ਰੀਕਾਲ ਕੀਤਾ ਕਿ ਅਮਾਊਂਟ ਆਫ ਵਰਕ ਡਨ ਕੈਨ ਬੀ ਕੈਲਕੂਲੇਟਡ ਐਜ਼, ਕਿ ਕਿਸ ਤਰ੍ਹਾਂ ਅਸੀਂ ਵਰਕ ਡਨ ਨੂੰ ਕੈਲਕੂਲੇਟ ਕਰਨਾ, ਕਿ ਜਿੰਨੀ ਅਸੀਂ ਫੋਰਸ ਲਗਾਈ ਆ ਅਤੇ ਜਿੰਨਾ ਫੋਰਸ ਲਗਾਉਣ ਤੋਂ ਬਾਅਦ ਉਸ ਆਬਜੈਕਟ ਨੇ ਡਿਸਪਲੇਸਮੈਂਟ ਕੀਤੀ ਆ, ਕਿ ਕਿੰਨਾ ਡਿਸਪਲੇਸ ਹੋਇਆ ਆਬਜੈਕਟ, ਦੈਟ ਇਜ਼ ਵਰਕ। ਵਰਕ ਇਜ਼ ਦੀ ਪ੍ਰੋਡਕਟ ਆਫ ਦੀ force and displacement. So next is the units of force, unit of work. So work ਦੀ ਯੂਨਿਟ ਕੀ ਹੋਏਗੀ, ਨਿਊਟਨ ਪਰ ਮੀਟਰ। ਹੁਣ ਇਹ ਬਣੀ ਕਿੱਦਾਂ, ਥੋੜ੍ਹਾ ਜਿਹਾ ਆਪਾਂ ਇਹਨੂੰ ਦੇਖ ਲਈਏ। ਨਿਊਟਨ ਪਰ ਮੀਟਰ ਆ। work is equal to force into distance. ਨਿਊਟਨ ਪਰ ਮੀਟਰ ਨਹੀਂ, ਸੌਰੀ, force is equal to ਨਿਊਟਨ ਮੀਟਰ ਮਲਟੀਪਲਾਈ ਹੈ ਨਿਊਟਨ ਮੀਟਰ। ਫੋਰਸ ਦੀ ਡੈਫੀਨੇਸ਼ਨ ਕੀ ਸੀ, ਵਰਕ ਦੀ ਡੈਫੀਨੇਸ਼ਨ ਕੀ ਸੀ, ਨਿਊਟਨ ਮੀਟਰ ਆ ਵਰਕ ਦੀ ਡੈਫੀਨੇਸ਼ਨ ਕੀ ਸੀ, ਫੋਰਸ ਇਨਟੂ ਡਿਸਪਲੇਸਮੈਂਟ। ਹੁਣ ਫੋਰਸ ਜਿਹੜੀ ਆ ਅਸੀਂ ਉਹਦੀ ਯੂਨਿਟ ਅਸੀਂ ਕਹਿੰਦੇ ਹਾਂ ਨਿਊਟਨ, ਹੈ ਨਾ, ਔਰ ਡਿਸਟੈਂਸ ਨੂੰ ਅਸੀਂ ਕਿਹਦੇ ਵਿੱਚ ਮੈਜ਼ਰ ਕਰਦੇ ਹਾਂ, ਮੀਟਰ ਦੇ ਵਿੱਚ। ਤਾਂ ਇਸ ਕਰਕੇ ਵਰਕ ਦੀ ਜਿਹੜੀ ਆਪਣੇ ਕੋਲ ਯੂਨਿਟ ਆਈ ਆ ਉਹ ਕੀ ਬਣ ਕੇ ਆਈ ਆ, ਨਿਊਟਨ ਮੀਟਰ। ਬਟ ਅਸੀਂ ਇਹਨੂੰ ਕਦੇ ਵੀ ਨਿਊਟਨ ਮੀਟਰ ਨਹੀਂ ਲਿਖਦੇ। ਸੋ ਨਿਊਟਨ ਮੀਟਰ ਨੂੰ ਕਿਹਦੇ ਨਾਲ ਅੱਗੇ ਡਿਨੋਟ ਕੀਤਾ ਜਾਂਦਾ, ਵਰਕ ਨੂੰ ਕਿਹਦੇ ਨਾਲ ਡਿਨੋਟ ਕੀਤਾ ਜਾਂਦਾ, 1 ਜੂਲ ਦੇ ਨਾਲ, ਕਿਉਂਕਿ ਇਹ ਦੋਨੋਂ ਮਲਟੀਪਲਾਈ ਜਿਹੜੀਆਂ ਹੋ ਕੇ ਇੱਕ ਜੂਲ ਬਣਾਉਂਦੀਆਂ। ਨਿਊਟਨ ਅਤੇ ਮੀਟਰ ਮਲਟੀਪਲਾਈ ਹੋ ਕੇ ਕੀ ਬਣ ਜਾਂਦੀਆਂ ਨੇ, ਜੂਲ ਬਣ ਜਾਂਦੀਆਂ। ਸੋ ਦ ਵਰਕ
द यूनिट ऑफ वर्क इज़ न्यूटन मीटर। मैं ਦੁਬਾਰਾ ਇਹਨੂੰ ਡਿਸਕਸ ਕਰ ਲੈਂਦੀ ਹਾਂ ਕਿ ਵਰਕ ਜਿਹੜਾ ਉਹ ਕਿਹਦੇ ਬਰਾਬਰ ਆ, ਨਿਊਟਨ ਮੀਟਰ ਦੇ ਬਰਾਬਰ ਆ। ਜੋ ਇਹਦੀ ਵਰਕ ਦੀ ਯੂਨਿਟ ਆ ਦੈਟ ਇਜ਼ ਨਿਊਟਨ ਮੀਟਰ। ਔਰ ਉਹ ਨਿਊਟਨ ਮੀਟਰ ਕਿੱਦਾਂ ਬਣੀ ਹੈ, ਕਿਉਂਕਿ ਵਰਕ ਦੀ ਜਿਹੜੀ ਡੈਫੀਨੇਸ਼ਨ ਆ ਦੈਟ ਇਜ਼ ਫੋਰਸ ਇਨਟੂ ਡਿਸਪਲੇਸਮੈਂਟ। ਫੋਰਸ ਹੋਏਗੀ ਨਿਊਟਨ, ਡਿਸਪਲੇਸਮੈਂਟ ਹੋਈ ਆ ਮੀਟਰ ਦੇ ਵਿੱਚ। ਸੋ ਜੋ ਵਰਕ ਦੀ ਸਾਡੇ ਕੋਲ ਯੂਨਿਟ ਆਈ ਆ ਉਹ ਕੀ ਬਣ ਕੇ ਆ ਗਿਆ, ਨਿਊਟਨ ਮੀਟਰ। ਸੋ ਨਿਊਟਨ ਮੀਟਰ ਨੂੰ ਅਸੀਂ ਕਦੇ ਵੀ ਨਿਊਟਨ ਮੀਟਰ ਨਹੀਂ ਲਿਖਦੇ। क्यों नहीं लिखते, क्योंकि इट इज़ ऑलवेज इक्वल टू न्यूटन मीटर, इट इज़ इक्वल टू 1 जूल। 1 जूल कदों होएगा, ਜਦੋਂ ਅਸੀਂ 1 ਨਿਊਟਨ ਦੀ ਫੋਰਸ ਲਗਾਵਾਂਗੇ ਤੇ ਆਬਜੈਕਟ 1 ਮੀਟਰ ਹੀ ਡਿਸਪਲੇਸ ਕੀਤਾ ਹੋਏਗਾ ਤਾਂ ਅਸੀਂ ਬੋਲਾਂਗੇ ਕਿ ਅਸੀਂ 1 ਜੂਲ ਵਰਕ ਕੀਤਾ। ਸੋ ਲੈਟਸ ਰੀਡ ਦਿਸ। The unit of work is Newton meter. When a force of 1 Newton moves a body through a distance of 1 meter in its own direction, then the work is known as 1 joule. Means ਕਿ ਜਦੋਂ ਅਸੀਂ ਵਰਕ ਕਰ ਰਹੇ ਹਾਂ ਤਾਂ ਵਰਕ ਕਰਨ ਲਈ ਅਸੀਂ 1 ਨਿਊਟਨ ਦੀ ਹੀ ਫੋਰਸ ਲਗਾਈ ਆ। ਜਿੱਦਾਂ ਅਸੀਂ ਫੋਰਸ ਲਗਾਈ ਤਾਂ ਡਿਸਪਲੇਸਮੈਂਟ ਕਿੰਨੀ ਹੋਈ ਆ, ਆਪਾਂ ਕਹਿ ਰਹੇ ਹਾਂ ਕਿ ਵਰਕ ਕੀ ਆ, ਵਰਕ ਹੈ ਡਿਸਟੈਂਸ ਤੇ ਫੋਰਸ ਦੇ ਵਿੱਚ ਦਾ ਪ੍ਰੋਡਕਟ, ਦੋਨਾਂ ਦਾ ਪ੍ਰੋਡਕਟ। ਦੋਨਾਂ ਦਾ ਪ੍ਰੋਡਕਟ ਮਤਲਬ ਕਿ 1 ਨਿਊਟਨ ਦੀ ਫੋਰਸ ਲੱਗੀ ਹੈ ਤੇ 1 ਨਿਊਟਨ ਦਾ ਹੀ ਡਿਸਪਲੇਸਮੈਂਟ ਹੋਇਆ ਤਾਂ ਵਰਕ ਕਿੰਨਾ ਲੱਗ ਗਿਆ, 1 ਜੂਲ। ਸੋ 1 ਜੂਲ ਇਜ਼ ਇਕੁਅਲ ਟੂ 1 ਨਿਊਟਨ ਮੀਟਰ। ਸੋ ਐਸਾ ਯੂਨਿਟ ਵਰਕ ਦੀ ਕੀ ਆ ਚੁੱਕੀ ਆ, ਜੂਲ ਆ ਚੁੱਕੀ ਆ। ਇਹ ਜਿਹੜਾ ਯੂਨਿਟ ਆ ਇਹ ਕੱਢਣੇ ਆ ਜਾਂਦੇ ਨੇ ਪੇਪਰ ਦੇ ਵਿੱਚ ਕਿ ਯੂਨਿਟ ਜਿਹੜੇ ਆ ਉਹ ਸੋਲਵ ਕਰਕੇ ਦਿਖਾਓ ਕਿ ਕਿਸ ਤਰ੍ਹਾਂ 1 ਜੂਲ ਜਿਹੜਾ ਉਹ ਬਰਾਬਰ ਹੋਇਆ, ਵਰਕ ਜਿਹੜਾ 1 ਜੂਲ ਦੇ ਬਰਾਬਰ ਹੋਇਆ। ਐਸਾ ਯੂਨਿਟ ਕੀ ਹੈ ਇਹ ਵੀ ਪੁੱਛ ਲਈ ਜਾਂਦੀ ਆ, ਜਾਂ ਫਿਰ ਸਿੰਪਲ ਪੁੱਛ ਜਾਂਦਾ ਵਟ ਇਜ਼ 1 ਜੂਲ ਜਾਂ ਡਿਫਾਈਨ 1 ਜੂਲ। ਸੋ ਯੂ ਹੈਵ ਟੂ ਰਾਈਟ ਦਿਸ ਡੈਫੀਨੇਸ਼ਨ। ਨੈਕਸਟ ਥੋੜ੍ਹੇ ਜਿਹੇ ਆਪਣੇ ਕੋਲ ਕੇਸਿਸ ਬਣਨਗੇ ਕਿ ਅਗਰ ਫੋਰਸ ਅਸੀਂ ਲਗਾ ਰਹੇ ਹਾਂ, ਇਫ ਦ ਫੋਰਸ ਇਜ਼ ਐਕਟਿੰਗ ਇਨ ਦ ਡਾਇਰੈਕਸ਼ਨ ਆਫ ਡਿਸਪਲੇਸਮੈਂਟ। ਮੰਨ ਲਓ ਮੇਰੇ ਕੋਲ ਕੋਈ ਇੱਕ ਆਹ ਬਲੋਕ ਆ, ਲੈਟ ਅ ਬਲੋਕ ਪਲੇਸ ਐਟ P, ਇੱਕ ਪੁਆਇੰਟ P ਦੇ ਉੱਪਰ ਪਿਆ ਬਲੋਕ ਐਂਡ ਐਕਟਡ ਬਾਈ ਅ ਕੌਨਸਟੈਂਟ ਫੋਰਸ। ਮੈਂ ਇਹਦੇ ਉੱਪਰ ਇੱਕ ਫੋਰਸ ਲਗਾ ਰਹੀ ਹਾਂ ਜਿਹਦਾ ਨਾਮ F ਆ, ਔਰ ਇਹ ਬਲੋਕ ਕੁਛ ਡਿਸਪਲੇਸਮੈਂਟ ਸ਼ੋ ਕਰ ਰਿਹਾ ਵਾ, ਔਰ ਡਿਸਪਲੇਸਮੈਂਟ ਸ਼ੋ ਕਰਕੇ ਇਸ Q ਵਾਲੇ ਪੁਆਇੰਟ ਦੇ ਉੱਤੇ ਆ ਕੇ ਇਹਦੀ ਜਿਹੜੀ ਨਿਊ ਪੋਜੀਸ਼ਨ ਆ ਬਣ ਜਾਂਦੀ ਆ, ਔਰ ਇਹਦੀ ਜਿਹੜੀ ਡਿਸਪਲੇਸਮੈਂਟ ਹੋਈ ਆ ਉਹ ਕਿੰਨੀ ਹੋਈ ਆ, ਇਹ X ਹੋਈ ਆ। ਸੋ ਇੱਥੇ ਅਸੀਂ ਕੀ ਕਵਾਂਗੇ ਕਿ ਫੋਰਸ ਜਿਹੜੀ ਆ ਉਹ ਕਿਸ ਡਾਇਰੈਕਸ਼ਨ ਦੇ ਵਿੱਚ ਲੱਗ ਰਹੀ ਆ, ਜਿਸ ਡਾਇਰੈਕਸ਼ਨ ਦੇ ਵਿੱਚ ਆਬਜੈਕਟ ਡਿਸਪਲੇਸ ਕਰ ਰਿਹਾ। ਹੁਣ ਫੋਰਸ ਵੀ ਇੱਧਰ ਲੱਗ ਰਹੀ ਆ ਅਤੇ ਆਬਜੈਕਟ ਦੀ ਡਿਸਪਲੇਸਮੈਂਟ ਵੀ ਇਸ ਸਾਈਡ ਲੱਗ ਰਹੀ ਆ। ਦੋਨਾਂ ਦੇ ਡਾਇਰੈਕਸ਼ਨ ਕੀ ਹੈ ਇਸ ਟਾਈਮ, ਸੇਮ ਆ। ਸੋ ਇੱਥੇ ਵੀ ਸਾਡੇ ਕੋਲ ਵਰਕ ਦੀ ਡੈਫੀਨੇਸ਼ਨ ਕੀ ਆਏਗੀ, F ਇੰਟੂ X। X ਹੇਅਰ X ਇਜ਼ ਡਿਸਪਲੇਸਮੈਂਟ, ਠੀਕ ਹੈ, ਕਿਉਂਕਿ ਅਸੀਂ ਡਿਸਪਲੇਸਮੈਂਟ ਨੂੰ ਪਹਿਲਾਂ D ਨਾਲ ਡਿਨੋਟ ਕੀਤਾ ਸੀ। ਹੁਣ ਅਸੀਂ ਇਹ ਕਿਹਾ ਕਿ ਜਿਹੜਾ ਫੋਰਸ ਲੱਗ ਰਹੀ ਆ ਇੱਕ ਆਬਜੈਕਟ ਦੇ ਉੱਤੇ, ਉਹਨੇ ਆਬਜੈਕਟ ਨੇ ਕੀ ਕੀਤਾ ਵਾ, ਡਿਸਪਲੇਸਮੈਂਟ ਸ਼ੋ ਕੀਤੀ ਹੈ। ਜਦੋਂ ਅਸੀਂ ਫੋਰਸ ਲਗਾਈ ਉਸ ਆਬਜੈਕਟ ਦੇ ਉੱਪਰ ਤਾਂ ਉਹ ਆਬਜੈਕਟ ਜਦੋਂ ਡਿਸਪਲੇਸ ਹੋਇਆ ਤਾਂ ਉਹਦੇ ਉੱਤੇ ਕਿੰਨੀ ਡਿਸਪਲੇਸਮੈਂਟ ਲੱਗੀ ਆ, ਕਿੰਨਾ ਡਿਸਪਲੇਸ ਕੀਤਾ ਉਹਨੇ ਆਪਣੇ ਆਪ ਨੂੰ, X ਡਿਸਪਲੇਸਮੈਂਟ ਕੀਤੀ ਆ। ਸੋ ਇਸ ਕਰਕੇ ਜਿਹੜਾ S ਡਿਸਟੈਂਸ ਉਹਨੇ ਲਿਆ ਵਾ ਤਾਂ ਉਸ S ਨੂੰ ਅਸੀਂ X ਕਹਿ ਦਿੱਤਾ। S ਵੀ ਕਹਿ ਸਕਦੇ ਹਾਂ ਜਾਂ D ਵੀ ਕਹਿ ਸਕਦੇ ਹਾਂ, ਇਟ ਇਜ਼ ਅਪ ਟੂ ਯੂ। ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ, ਉਹ ਤੁਹਾਡੇ ਦੇ ਉੱਤੇ ਡਿਪੈਂਡ ਕਰਦਾ ਤੁਸੀਂ ਉਹਨੂੰ ਕਿਹੜੇ ਲੈਟਰ ਨਾਲ ਲਿਖਣਾ ਚਾਹੁੰਦੇ ਹੋ। ਤਾਂ ਉਹਨੇ X ਡਿਸਪਲੇਸਮੈਂਟ ਸ਼ੋ ਕੀਤੀ ਆ, ਅਤੇ ਇਸ ਕਰਕੇ ਅਸੀਂ ਇੱਥੇ ਇੱਕ ਸਾਡੇ ਕੋਲ ਸ਼ੋ ਜਿਹੜਾ ਅਸੀਂ ਕਰਾਂਗੇ ਵਿਦ ਡਿਸਪਲੇਸਮੈਂਟ ਦੇ ਨਾਲ, ਉਹ ਕੀ ਹੋਏਗਾ, ਵਰਕ ਇਜ਼ ਇਕੁਅਲ ਟੂ ਫੋਰਸ ਇਨਟੂ ਡਿਸਪਲੇਸਮੈਂਟ। ਜੋ ਡਿਸਪਲੇਸਮੈਂਟ ਆ ਉਹਨੇ X ਡਿਸਪਲੇਸਮੈਂਟ ਕੀਤੀ ਹੈ ਇੱਥੇ। ਸੋ ਨੈਕਸਟ ਇਜ਼ ਕੇਸ 2 ਹੈ ਆਪਣੇ ਕੋਲ, ਇਫ ਦ ਫੋਰਸ ਇਜ਼ ਐਕਟਿੰਗ ਇਨ ਦਾ ਡਾਇਰੈਕਸ਼ਨ ਆਪੋਜ਼ਿਟ ਟੂ ਦਾ ਡਿਸਪਲੇਸਮੈਂਟ। ਹੁਣ ਇੱਥੇ 2 ਕੇਸ ਬਣਦੇ ਨੇ। ਅਗਰ ਤਾਂ ਸਾਡੇ ਕੋਲ ਜਿਸ ਕੇਸ ਦੇ ਵਿੱਚ ਫੋਰਸ ਲੱਗ ਰਹੀ ਆ ਅਤੇ ਉਸੀ ਮਤਲਬ ਡਾਇਰੈਕਸ਼ਨ ਦੇ ਵਿੱਚ ਫੋਰਸ ਲੱਗ ਰਹੀ ਹੈ ਅਤੇ ਉਸੇ ਡਾਇਰੈਕਸ਼ਨ ਦੇ ਵਿੱਚ ਹੀ ਮੂਵਮੈਂਟ ਹੋ ਰਹੀ ਆ, ਮੀਨਸ ਡਿਸਪਲੇਸਮੈਂਟ ਵੀ ਸੇਮ ਡਾਇਰੈਕਸ਼ਨ ਦੇ ਵਿੱਚ ਹੋ ਰਹੀ ਹੈ, ਤਾਂ ਅਸੀਂ ਕਹਾਂਗੇ ਕਿ ਵਰਕ ਸਾਡਾ ਪੋਜ਼ੀਟਿਵ ਹੋਇਆ। 2 ਕੇਸ ਬਣਨੇ ਨੇ ਇੱਥੇ। ਅਤੇ ਅਗਰ ਅਸੀਂ ਕਹੀਏ ਕਿ ਵਰਕ ਜਿਹੜਾ ਵਾ ਉਹ ਫੋਰਸ ਅਲੱਗ ਲੱਗ ਰਹੀ ਆ ਅਤੇ ਡਾਇਰੈਕਸ਼ਨ ਜਿਹੜੀ ਆ ਉਹ ਅਲੱਗ ਆ, ਦੋਨੋਂ ਆਪੋਜ਼ਿਟ ਨੇ ਇੱਕ ਦੂਜੇ ਦੇ, ਤਾਂ ਅਸੀਂ ਕਹਾਂਗੇ ਕਿ ਉੱਥੇ ਵਰਕ ਡਨ ਜਿਹੜਾ ਉਹ ਨੈਗੇਟਿਵ ਹੋਇਆ। ਚਲੋ ਇਹਨੂੰ ਡਿਸਕਸ ਕਰਦੇ ਹਾਂ ਆਪਾਂ
Case 2, if the force is acting in the direction opposite to the displacement। ਜਿਹੜਾ ਪਹਿਲਾ ਕੇਸ ਸੀ ਉਹਦੇ ਵਿੱਚ ਵਰਕ ਡਨ ਕੀ ਹੋ ਰਿਹਾ ਸੀ, ਪੋਜ਼ਿਟਿਵ ਹੋ ਰਿਹਾ ਸੀ। ਕਿਉਂ ਹੋ ਰਿਹਾ ਸੀ? ਕਿਉਂਕਿ ਇੱਕ ਸਾਡੇ ਕੋਲ ਆਬਜੈਕਟ ਸੀ, ਹੈ ਨਾ, ਉਹਦੇ ਉੱਤੇ ਮੈਂ ਫੋਰਸ ਲਾ ਰਹੀ ਸੀ ਔਰ ਉਹਦੇ ਉੱਤੇ ਡਿਸਪਲੇਸਮੈਂਟ ਵੀ ਸੇਮ ਡਾਇਰੈਕਸ਼ਨ ਦੇ ਵਿੱਚ ਹੋ ਰਹੀ ਸੀਗੀ, ਹੈ ਨਾ। ਦੋਨੇ ਇਕੁਅਲ, ਮਤਲਬ ਦੋਨੋਂ ਜਿਹੜੀਆਂ ਸੇਮ ਚੀਜ਼ ਲੱਗ ਰਹੀਆਂ ਨੇ, ਫੋਰਸ ਵੀ ਸੇਮ ਲੱਗ ਰਹੀ ਆ ਡਾਇਰੈਕਸ਼ਨ ਦੇ ਵਿੱਚ। ਇੱਥੇ ਸਿਰਫ ਗੱਲ ਡਾਇਰੈਕਸ਼ਨ ਦੀ ਹੋ ਰਹੀ ਆ, ਠੀਕ ਹੈ। ਫੋਰਸ ਕੀ ਆ, ਉਹ ਵੀ ਸੇਮ ਡਾਇਰੈਕਸ਼ਨ ਦੇ ਵਿੱਚ ਲੱਗ ਰਹੀ ਆ ਅਤੇ ਡਿਸਪਲੇਸਮੈਂਟ ਵੀ ਕੀ ਆ, ਸੇਮ ਡਾਇਰੈਕਸ਼ਨ ਦੇ ਵਿੱਚ ਜਾ ਰਹੀ ਆ। ਤਾਂ ਉਸ ਕੇਸ ਦੇ ਵਿੱਚ ਵਰਕ ਕੀ ਹੋਏਗਾ, ਪੋਜ਼ਿਟਿਵ ਹੋਏਗਾ। ਦੂਜਾ ਕੇਸ ਲੈ ਲੈਂਦੇ ਹਾਂ। ਦੂਜੇ ਕੇਸ ਦੇ ਵਿੱਚ ਕੀ ਕਰ ਰਹੇ ਹਾਂ ਅਸੀਂ, ਕੋਈ ਆਬਜੈਕਟ ਆ, ਫੋਰਸ ਮੈਂ ਉਹਦੇ ਉੱਪਰ ਇਸ ਸਾਈਡ ਲਗਾ ਰਹੀ ਹਾਂ ਬਟ ਵਰਕ ਕੀ ਆ, ਉਹ ਪਿੱਛੇ ਦੀ ਤਰਫ ਕਰ ਰਿਹਾ ਵਾ, ਠੀਕ ਹੈ। ਵਰਕ ਨਹੀਂ ਕਹਿਣ ਦਾ ਮਤਲਬ ਕਿ ਉਹਦੀ ਡਿਸਪਲੇਸਮੈਂਟ ਜਿਹੜੀ ਆ ਅਲੱਗ ਤੋਂ ਹੋ ਰਹੀ ਆ, ਪਿੱਛੇ ਦੀ ਤਰਫ ਹੋ ਰਹੀ ਆ। ਤਾਂ ਦੋਨੋਂ ਇਸ ਕੇਸ ਦੇ ਵਿੱਚ ਦੋਨੋਂ ਕੀ ਹੋ ਰਹੇ ਨੇ, ਅਲੱਗ ਅਲੱਗ ਹੋ ਰਹੇ ਨੇ, ਦੋਨਾਂ ਦੀ ਜਿਹੜੀ ਡਾਇਰੈਕਸ਼ਨ ਆ ਉਹ ਡਿਫਰੈਂਟ ਆ। ਅਤੇ ਇਸ ਕੇਸ ਦੇ ਵਿੱਚ ਜਿਹੜਾ ਵਰਕ ਹੋ ਰਿਹਾ ਦੈਟ ਇਜ਼ ਨੈਗੇਟਿਵ ਵਰਕ ਹੋ ਰਿਹਾ ਵਾ। ਇਹਦੀਆਂ ਬਹੁਤ ਸਾਰੀਆਂ ਐਗਜ਼ੈਂਪਲਸ ਵੀ ਨੇ। ਫੋਰ ਐਗਜ਼ਾਮਪਲ ਕਿ ਮੈਂ ਕੋਈ ਚੀਜ਼ ਪਿੱਛੇ ਨੂੰ ਖਿੱਚ ਰਹੀ ਹਾਂ, ਜਾਂ ਮੰਨ ਲਓ ਮੇਰੇ ਕੋਲ ਕੋਈ ਇੱਕ ਬਹੁਤ ਹੈਵੀ ਆਪਣੇ ਕੋਲ ਆਬਜੈਕਟ ਆ, ਮੈਂ ਉਹਨੂੰ ਚੁੱਕ ਰਹੀ ਹਾਂ ਬਟ ਗ੍ਰੈਵਿਟੀ ਉਹਨੂੰ ਆਪਣੇ ਵੱਲ ਖਿੱਚ ਰਹੀ ਆ, ਠੀਕ ਹੈ। ਮੈਂ ਫੋਰਸ ਇੱਧਰ ਲਗਾ ਰਹੀ ਹਾਂ ਉਹਨੂੰ ਉੱਪਰ ਚੁੱਕਣ ਲਈ ਆਬਜੈਕਟ ਨੂੰ, ਦਿਸ ਇਜ਼ ਕੋਈ ਆਬਜੈਕਟ, ਠੀਕ ਹੈ। ਮੈਂ ਉਹਨੂੰ ਫੋਰਸ ਉੱਪਰ ਲਗਾ ਰਹੀ ਹਾਂ ਬਟ ਗ੍ਰੈਵਿਟੀ ਉਹਨੂੰ ਨੀਚੇ ਦੀ ਤਰਫ ਲੈ ਕੇ ਜਾ ਰਹੀ ਆ। ਸੋ ਇਸ ਕੇਸ ਦੇ ਵਿੱਚ ਨੈਗੇਟਿਵ ਵਰਕ ਹੋ ਰਿਹਾ ਮੇਰੇ ਕੋਲੋਂ। ਇਸ ਕੇਸ ਵਿੱਚ ਮੈਂ ਵਰਕ ਨੂੰ ਕੀ ਕਹੂੰਗੀ ਕਿ ਵਰਕ ਡਨ ਕੀ ਆ, ਨੈਗੇਟਿਵ ਆ। ਸੋ ਆਈ ਹੋਪ ਤੁਹਾਨੂੰ ਇਸ ਐਗਜ਼ਾਮਪਲ ਦੇ ਨਾਲ ਸਮਝ ਆਈ ਗਈ ਹੋਏਗੀ। ਔਰ ਪੋਜ਼ਿਟਿਵ ਵਰਕ ਦੇ ਵਿੱਚ ਤਾਂ ਈਜ਼ੀ ਆ ਕਿ ਮੈਂ ਕੋਈ ਕਾਰ ਆ, ਮੇਰੇ ਕੋਲ ਟੋਏ ਕਾਰ ਆ, ਠੀਕ ਹੈ, ਕੋਈ ਵੀ ਟੋਏ ਕਾਰ ਆ ਔਰ ਮੈਂ ਉਹਨੂੰ ਥਰੈਡ ਪਾਇਆ ਹੋਇਆ ਅਤੇ ਆ ਮੈਂ ਖੜੀ ਹਾਂ, ਠੀਕ ਹੈ। ਮੰਨ ਲਓ ਚਲੋ ਤੁਸੀਂ ਖੜੇ ਹੋ, ਤਾਂ ਤੁਸੀਂ ਇਹਨੂੰ ਜਦੋਂ ਲੈ ਕੇ ਜਾ ਰਹੇ ਹੋ ਟੋਏ ਕਾਰ ਨੂੰ, ਤਾਂ ਤੁਸੀਂ ਜਿਸ ਡਾਇਰੈਕਸ਼ਨ ਦੇ ਵਿੱਚ ਇਹਨੂੰ ਲੈ ਕੇ ਜਾ ਰਹੇ ਹੋ ਕਾਰ ਵੀ ਸੇਮ ਡਾਇਰੈਕਸ਼ਨ ਦੇ ਵਿੱਚ ਜਾਏਗੀ। ਤਾਂ ਤੁਸੀਂ ਇਹਨੂੰ ਕੀ ਕਰ ਰਹੇ ਹੋ, ਇਸ ਟਾਈਮ ਪੋਜ਼ਿਟਿਵ ਵਰਕ ਜਿਹੜਾ ਕਰ ਰਹੇ ਹੋ। ਅਤੇ ਨੈਗੇਟਿਵ ਦੇ ਵਿੱਚ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ, ਠੀਕ ਹੈ, ਕਿ ਤੁਸੀਂ ਉੱਪਰ ਦੀ ਤਰਫ ਚੁੱਕ ਰਹੇ ਹੋ ਕਿਸੇ ਆਬਜੈਕਟ ਨੂੰ ਅਤੇ ਉਹ ਆਬਜੈਕਟ ਗ੍ਰੈਵਿਟੀ ਦੇ ਕਰਕੇ ਨੀਚੇ ਆ ਰਿਹਾ ਹੈ। ਤਾਂ ਇਸ ਕੇਸ ਦੇ ਵਿੱਚ ਦੋਨੋਂ ਚੀਜ਼ਾਂ ਕੀ ਨੇ, ਆਪੋਜ਼ਿਟ ਹੋ ਰਹੀਆਂ ਨੇ ਅਤੇ ਵਰਕ ਕੀ ਹੋ ਰਿਹਾ, ਨੈਗੇਟਿਵ ਹੋ ਰਿਹਾ ਵਾ। ਨੈਕਸਟ ਇਜ਼ ਥਰਡ ਕੇਸ ਕੀ ਆ, ਇਫ ਦਾ ਫੋਰਸ ਇਜ਼ ਐਕਟਿੰਗ ਪਰਪੈਂਡੀਕੂਲਰ ਟੂ ਦੀ ਡਿਸਪਲੇਸਮੈਂਟ। ਹੁਣ ਇੱਥੇ ਬੜੀ ਸੋਹਣੀ ਐਗਜ਼ਾਮਪਲ ਦੱਸ ਰਹੀ ਹਾਂ ਮੈਂ। ਪਹਿਲਾਂ ਤਾਂ ਆਪਾਂ ਕੌਨਸੈਪਟ ਸਮਝਦੇ ਹਾਂ ਕਿ ਫੋਰਸ ਐਕਟ ਕਰ ਰਹੀ ਆ ਅਤੇ ਫੋਰਸ ਅਤੇ ਡਿਸਪਲੇਸਮੈਂਟ ਦੋਨੋਂ ਆਪਸ ਵਿੱਚ ਕੀ ਨੇ, ਪਰਪੈਂਡੀਕੂਲਰ ਨੇ, ਇਸ ਤਰ੍ਹਾਂ ਲੱਗ ਰਹੀ ਆ, ਠੀਕ ਹੈ। ਕਿਸੇ ਵੀ ਚੀਜ਼ ਦੇ ਉੱਤੇ ਫੋਰਸ ਲੱਗ ਰਹੀ ਹੈ, ਉੱਪਰ ਸਾਈਡ ਫੋਰਸ ਲੱਗ ਰਹੀ ਹੈ ਅਤੇ ਡਿਸਪਲੇਸਮੈਂਟ ਇਸ ਸਾਈਡ ਹੋ ਰਿਹਾ, ਦੋਨੋਂ ਆਪਸ ਵਿੱਚ ਇੱਕ ਦੂਜੇ ਦੇ ਪਰਪੈਂਡੀਕੂਲਰ ਨੇ, 90 ਡਿਗਰੀ ਐਂਗਲ ਬਣਾ ਰਹੇ ਆ। ਇਸ ਕੇਸ ਵਿੱਚ ਅਸੀਂ ਕੀ ਕਵਾਂਗੇ, ਵਰਕ ਡਨ ਕੀ ਹੋਏਗਾ, ਜ਼ੀਰੋ ਹੋਏਗਾ। ਸੋ ਲੈਟ ਅਸ ਰੀਡ, ਇਫ ਦਾ ਫੋਰਸ ਇਜ਼ ਐਕਟਿੰਗ ਪਰਪੈਂਡੀਕੂਲਰ ਟੂ ਦੀ ਡਿਸਪਲੇਸਮੈਂਟ, in this case there is no displacement in the direction to the force, so work done in this case is zero। ਵਰਕ ਡਨ ਕੇਸ ਦੇ ਵਿੱਚ ਜ਼ੀਰੋ ਕਿਵੇਂ ਹੋਏਗਾ, ਵਰਕ ਕਿਹਦੇ ਬਰਾਬਰ ਹੋਏਗਾ, ਫੋਰਸ ਇਨਟੂ ਡਿਸਟੈਂਸ ਜਾਂ ਫੋਰਸ ਇਨਟੂ ਡਿਸਪਲੇਸਮੈਂਟ, ਠੀਕ ਹੈ। ਸੋ ਫੋਰਸ ਕਿਹੜੀ ਆ, ਫੋਰਸ ਅਸੀਂ ਲਗਾ ਰਹੇ ਹਾਂ ਬਟ ਡਿਸਪਲੇਸਮੈਂਟ ਨਹੀਂ ਹੋ ਰਿਹਾ। ਮੈਂ ਐਗਜ਼ਾਮਪਲ ਦਿੰਦੀ ਹਾਂ, ਤੁਹਾਨੂੰ ਜਲਦੀ ਸਮਝ ਆਏਗਾ। ਹੁਣ ਐਫ ਇੰਟੂ ਜ਼ੀਰੋ ਕਿੰਨਾ ਹੋਏਗਾ, ਜ਼ੀਰੋ ਹੋਏਗਾ। ਸੋ ਵਰਕ ਡਨ ਕੀ ਹੋ ਗਿਆ, ਇੱਥੇ ਜ਼ੀਰੋ ਹੋ ਗਿਆ। ਹੁਣ ਦੋਨੋਂ ਚੀਜ਼ਾਂ ਦੇ ਲਈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਹੀ ਹਾਂ ਕਿ ਕਿੱਦਾਂ ਦੋਨੋਂ ਇੱਕ ਦੂਜੇ ਦੇ ਪਰਪੈਂਡੀਕੂਲਰ ਆ। ਇਹ ਇੱਕ ਕੋਈ ਕੁੱਲੀ ਜਾ ਰਿਹਾ ਜਿਹਨੇ ਸਿਰ ਦੇ ਉੱਤੇ ਇੱਕ ਬਕਟ ਜਿਹੜੀ ਹੈ ਰੱਖੀ ਹੋਈ ਆ, ਜਾਂ ਮੰਨ ਲਓ ਕੋਈ ਸਿਰ ਦੇ ਉੱਤੇ ਉਹਨੇ ਸੂਟਕੇਸ ਰੱਖਿਆ ਹੋਇਆ, ਕੁੱਲੀ ਜਾ ਰਿਹਾ ਵਾ, ਜਿਵੇਂ ਟ੍ਰੇਨ ਦੇ ਵਿੱਚ ਹੁੰਦੇ ਨੇ, ਉਹਨੇ ਆਪਣੇ ਸਿਰ ਦੇ ਉੱਤੇ ਸੂਟਕੇਸ ਰੱਖਿਆ ਹੋਇਆ, ਜਾਂ ਉਹ ਅੱਗੇ ਦੀ ਤਰਫ ਜਾ ਰਿਹਾ ਵਾ ਪਰ ਫੋਰਸ ਜਿਹੜੀ ਆ ਉਹਨੂੰ ਉੱਪਰ ਦੀ ਤਰਫ ਲਗਾਈ ਹੋਈ ਆ। ਸੋ ਹੋਇਆ ਨਾ ਇਸ ਕੇਸ ਦੇ ਵਿੱਚ ਦੋਨੋਂ ਪਰਪੈਂਡੀਕੂਲਰ ਹੋ ਗਏ, ਫੋਰਸ ਅਤੇ ਡਿਸਪਲੇਸਮੈਂਟ। ਜਦੋਂ ਇਹ ਦੋਨੋਂ ਆਪਸ ਵਿੱਚ ਪਰਪੈਂਡੀਕੂਲਰ ਹੋ ਗਏ ਤਾਂ ਇਸ ਕੇਸ ਵਿੱਚ ਅਸੀਂ ਕਹਾਂਗੇ ਕਿ ਉਹ ਕੋਈ ਵਰਕ ਨਹੀਂ ਕਰ ਰਿਹਾ। ਵੈਸੇ ਵੀ ਅਸੀਂ ਜਦੋਂ ਛੋਟੀ ਕਲਾਸਿਸ ਦੇ ਵਿੱਚ, ਆਪਣੇ ਤੋਂ ਲੋਅਰ ਕਲਾਸਿਸ ਦੇ ਵਿੱਚ ਪੜ੍ਹ ਕੇ ਆਏ ਹਾਂ ਕਿ ਵਰਕ ਡਨ ਸਾਇੰਟੀਫਿਕ ਲੈਂਗੁਏਜ ਦੇ ਵਿੱਚ, ਸਾਇੰਟੀਫਿਕ ਟਰਮਸ ਦੇ ਵਿੱਚ ਉਦੋਂ ਹੀ ਮੰਨਿਆ ਜਾਂਦਾ ਜਦੋਂ ਮੂਵਮੈਂਟ ਹੋਵੇ, ਜਦੋਂ ਡਿਸਪਲੇਸਮੈਂਟ ਹੋਵੇ, ਵਰਕ ਉਦੋਂ ਹੀ ਹੋਏਗਾ। ਕੋਈ ਇੱਕ ਪਰਸਨ ਆ ਜਿਹੜਾ ਵਾਲ ਨੂੰ ਪੁਸ਼ ਕਰ ਰਿਹਾ ਬਟ ਵਾਲ ਆਪਣੀ ਜਗ੍ਹਾ ਤੋਂ ਮੂਵ ਨਹੀਂ ਕਰ ਰਹੀ ਹੈਗੀ, ਇਸ ਕੇਸ ਵਿੱਚ ਵਰਕ
ਜ਼ੀਰੋ ਹੋ ਰਿਹਾ, ਇਸ ਕੇਸ ਵਿੱਚ ਵਰਕ ਨਹੀਂ ਹੋ ਰਿਹਾ। ਕੋਈ ਪਰਸਨ ਆ ਬੈਠ ਕੇ ਸਿਰਫ ਪੜ੍ਹ ਰਿਹਾ, ਕੋਈ ਚੀਜ਼ ਡਿਸਪਲੇਸਮੈਂਟ ਨਹੀਂ ਹੋ ਰਹੀ, ਉਸ ਕੇਸ 'ਚ ਵਰਕ ਕੀ ਆ, ਜ਼ੀਰੋ ਆ। ਹੁਣ ਇਸ ਕੇਸ ਦੇ ਵਿੱਚ ਕੁਲੀ ਖੁਦ ਜਾ ਰਿਹਾ ਵਾ ਅੱਗੇ ਨੂੰ, ਬਟ ਜਿਹੜਾ ਫੋਰਸ ਲਗਾਈ ਆ ਉਹਨੇ ਉੱਪਰ ਦੀ ਤਰਫ ਲਾਈ ਆ, ਅਤੇ ਇਸ ਕੇਸ ਦੇ ਵਿੱਚ ਵੀ ਜਿਹੜਾ ਵਰਕ ਡਨ ਆ ਦੈਟ ਵਿਲ ਬੀ ਇਕੁਅਲ ਟੂ ਜ਼ੀਰੋ। ਸੋ ਸਿਮਿਲਰਲੀ ਆ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਹੋਰ ਦਿੱਤੀ ਹੋਈ ਹੈ ਕਿ ਸੈਟੇਲਾਈਟ ਦੀ ਮੂਵਮੈਂਟ ਔਰ ਫੋਰਸ। ਅਰਥ ਸੈਟੇਲਾਈਟ ਨੂੰ ਆਪਣੀ ਤਰਫ ਮੂਵ ਕਰ ਰਿਹਾ, ਬਟ ਸੈਟੇਲਾਈਟ ਕੀ ਕਰ ਰਿਹਾ ਵਾ, ਆਪਣੇ ਮੋਸ਼ਨ ਨੂੰ ਇਸ ਸਾਈਡ ਲੈ ਕੇ ਜਾ ਰਿਹਾ। ਮੋਸ਼ਨ ਜਿਹੜਾ ਸੈਟੇਲਾਈਟ ਦਾ ਉਹ ਕੀ ਹੋਏਗਾ, ਅਰਥ ਦੇ ਔਰ ਉਹਦੇ ਆਪਣੇ ਸਾਈਡ ਦੇ ਕੀ ਆ, ਪਰਪੈਂਡੀਕੂਲਰ ਆ, ਕਿਉਂਕਿ ਅਰਥ ਦੀ ਗ੍ਰੈਵਿਟੀ ਕਰਕੇ ਉਹਨੂੰ ਨੀਚੇ ਦੀ ਤਰਫ ਫੋਰਸ ਲੱਗ ਰਹੀ ਆ, ਔਰ ਇਸ ਕੇਸ ਦੇ ਵਿੱਚ ਬਟ ਉਹਦਾ ਜਿਹੜਾ ਔਰਬਿਟ ਆ ਦੈਟ ਇਜ਼ ਰਾਊਂਡਡ। ਠੀਕ ਹੈ, ਉਹਦਾ ਔਰਬਿਟ ਆ ਉਹ ਆਪਣੇ ਔਰਬਿਟ ਦੇ ਵਿੱਚ ਘੁੰਮ ਰਿਹਾ ਵਾ, ਜਿਹਦੇ ਕਰਕੇ ਉਹਨੂੰ ਦੋ ਚੀਜ਼ਾਂ ਤੋਂ ਫੋਰਸ ਲੱਗ ਰਹੀ ਆ। ਇੱਕ ਉਹ ਆਪਣੇ ਮੋਸ਼ਨ ਦੇ ਵਿੱਚ ਜਾ ਰਿਹਾ, ਅਤੇ ਦੂਜਾ ਉਹ ਅਰਥ ਦੇ ਫੋਰਸ ਦੇ ਨਾਲ ਵੀ ਇਨਫਲੂਐਂਸ ਹੋ ਰਿਹਾ। ਇਸ ਕੇਸ ਦੇ ਵਿੱਚ ਉਹਦਾ ਵਰਕ ਵੀ ਕੀ ਮੰਨਿਆ ਜਾਏਗਾ, ਜ਼ੀਰੋ ਮੰਨਿਆ ਜਾਏਗਾ। ਨੈਕਸਟ ਫੋਰਥ ਕੇਸ ਕਿਹੜਾ ਵਾ, ਜਦੋਂ ਡਿਸਪਲੇਸਮੈਂਟ ਹੀ ਨਹੀਂ ਹੋਏਗੀ, ਉਸ ਕੇਸ ਦੇ ਵਿੱਚ ਵੀ ਫੋਰਸ ਵਰਕ ਕੀ ਮੰਨਿਆ ਜਾਏਗਾ, ਜ਼ੀਰੋ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਅ ਮੈਨ ਪੁਸ਼ਿੰਗ ਅ ਵਾਲ ਨੂੰ ਅਸੀਂ ਪੁਸ਼ ਕਰ ਰਹੇ ਹਾਂ, ਠੀਕ ਹੈ, ਵਾਲ ਪੁਸ਼ ਹੋ ਰਹੀ ਆ, ਸੋ ਵਾਲ ਦੀ ਕੋਈ ਡਿਸਪਲੇਸਮੈਂਟ ਨਹੀਂ ਹੈਗੀ, ਵਾਲ ਉੱਥੇ ਦੀ ਉੱਥੇ ਹੀ ਖੜੀ ਆ, ਉਸ ਕੇਸ ਵਿੱਚ ਵੀ ਵਰਕ ਕੀ ਹੋਏਗਾ, ਜ਼ੀਰੋ ਹੋਏਗਾ। ਆਈ ਹੋਪ ਤੁਹਾਨੂੰ ਇੱਥੇ ਤੱਕ ਸਮਝ ਆ ਗਿਆ ਹੋਏਗਾ। ਕਮੈਂਟ ਦੇ ਵਿੱਚ ਜ਼ਰੂਰ ਦੱਸ ਦੇਣਾ ਅਗਰ ਸਮਝ ਆਇਆ, ਦੈਨ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ, ਔਰ ਆਪਣੇ ਫਰੈਂਡਸ ਨੂੰ ਵੀ ਸ਼ੇਅਰ ਕਰਨਾ। ਦ ਵਰਕ ਡਨ ਬਾਏ ਅ ਫੋਰਸ ਕੈਨ ਬੀ ਈਦਰ ਪੋਜ਼ੀਟਿਵ ਔਰ ਨੈਗੇਟਿਵ। ਇਹ ਆਪਾਂ ਸਮਰੀ ਬਣਾ ਦਿੱਤੀ ਆ ਇੱਥੇ। ਫਿਰ ਉਹੀ ਗੱਲ ਆ ਇਹਦੇ ਵਿੱਚ ਕਿ ਵਰਕ ਨੈਗੇਟਿਵ ਕਦੋਂ ਹੋਏਗਾ, ਜਦੋਂ ਫੋਰਸ, ਆਪਾਂ ਸ਼ਾਰਟ ਕਰਕੇ ਪੜ੍ਹ ਲੈਂਦੇ ਹਾਂ ਥੋੜ੍ਹਾ ਜਿਹਾ, ਵਰਕ ਨੈਗੇਟਿਵ ਕਦੋਂ ਹੋਏਗਾ, ਜਦੋਂ ਫੋਰਸ ਅੱਗੇ ਦੀ ਤਰਫ ਲੱਗ ਰਹੀ ਆ, ਬਟ ਡਿਸਪਲੇਸਮੈਂਟ ਉਹਦੇ ਆਪੋਜ਼ਿਟ ਲੱਗ ਰਹੀ ਆ। ਠੀਕ ਹੈ, ਔਰ ਇਸ ਕੇਸ ਦੇ ਵਿੱਚ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀਗੀ, ਕਿਸੇ ਵੀ ਚੀਜ਼ ਨੂੰ ਅਸੀਂ ਥਰੋ ਕਰ ਰਹੇ ਹਾਂ, ਫੋਰਸ ਅਸੀਂ ਕੀ ਕਰ ਰਹੇ ਹਾਂ, ਆਪਣੀ ਫੋਰਸ ਲਗਾ ਰਹੇ ਹਾਂ ਨਾ, ਕਿਸੇ ਚੀਜ਼ ਨੂੰ ਥਰੋ ਕਰ ਰਹੇ ਹਾਂ, ਜਾਂ ਕਹਿ ਸਕਦੇ ਹਾਂ ਕੋਈ ਬਾਕਸ ਉੱਪਰ ਨੂੰ ਚੁੱਕਿਆ, ਅਸੀਂ ਆਪਣੀ ਫੋਰਸ ਅਸੀਂ ਉੱਪਰ ਲਗਾ ਰਹੀ ਹਾਂ, ਬਟ ਗ੍ਰੈਵਿਟੀ ਉਹਨੂੰ ਨੀਚੇ ਦੀ ਤਰਫ ਲੈ ਕੇ ਜਾ ਰਹੀ ਹੈ, ਤਾਂ ਇਹ ਨੈਗੇਟਿਵ ਜਿਹੜਾ ਵਰਕ ਸ਼ੋ ਹੋ ਰਿਹਾ। ਉਸ ਤੋਂ ਬਾਅਦ ਪੋਜ਼ੀਟਿਵ, ਜਦੋਂ ਫੋਰਸ ਵੀ ਇੱਕੋ ਡਾਇਰੈਕਸ਼ਨ ਦੇ ਵਿੱਚ ਲੱਗ ਰਹੀ ਹੈ ਔਰ ਡਿਸਪਲੇਸਮੈਂਟ ਵੀ ਸੇਮ ਡਾਇਰੈਕਸ਼ਨ ਦੇ ਵਿੱਚ ਹੋ ਰਹੀ ਆ, ਇਸ ਕੇਸ ਵਿੱਚ ਵਰਕ ਕੀ ਆ ਰਿਹਾ, ਪੋਜ਼ੀਟਿਵ ਜਾ ਰਿਹਾ। ਔਰ ਜ਼ੀਰੋ ਵਰਕ ਡਨ ਕਦੋਂ ਹੋਏਗਾ, ਜਦੋਂ ਫੋਰਸ ਤੇ ਡਿਸਪਲੇਸਮੈਂਟ ਦੋਨੋਂ 90 ਡਿਗਰੀ 'ਤੇ ਹੋਣ, ਦੋਨੋਂ ਕੀ ਨੇ, ਇੱਕ ਦੂਜੇ ਦੇ ਰਾਈਟ ਐਂਗਲ 'ਤੇ ਹੋਣ। ਠੀਕ ਹੈ, ਜਾਂ ਫਿਰ ਅਸੀਂ ਵਾਲ ਦਾ ਕੇਸ ਲਿਆ ਸੀ ਕਿ ਜਦੋਂ ਡਿਸਪਲੇਸਮੈਂਟ ਹੀ ਜ਼ੀਰੋ ਹੋਵੇ, ਉਸ ਕੇਸ ਦੇ ਵਿੱਚ ਵੀ ਕੀ ਆ, ਵਰਕ ਡਨ ਜ਼ੀਰੋ ਹੋਏਗਾ। ਨੈਕਸਟ 1 ਕਿਲੋ ਜੂਲ ਇਕੁਅਲ ਟੂ 1 ਕਿਲੋ ਜੂਲ ਇਜ਼ ਇਕੁਅਲ ਟੂ ਕਿਹਦੇ ਬਰਾਬਰ ਹੋਏਗਾ, 1000 ਜੂਲ ਦੇ। ਇਹ ਯੂਨਿਟਸ ਨੇ ਰੀਡ ਕਰ ਲੈਣਾ ਕਿ ਕਿੰਨੇ ਯੂਨਿਟਸ ਦੇ ਵਿੱਚ ਕਿੰਨੇ, ਆਪਣੇ 1 ਕਿਲੋ ਜੂਲ ਦੇ ਵਿੱਚ ਕਿੰਨੇ ਜੂਲਸ ਹੁੰਦੇ ਨੇ, 1 ਮੈਗਾ ਜੂਲ ਦੇ ਵਿੱਚ ਕਿੰਨੇ ਹੁੰਦੇ ਨੇ, 100 ਜੂਲ 1 ਕਿਲੋ ਜੂਲ ਦੇ ਵਿੱਚ ਹੁੰਦੇ ਨੇ, ਐਂਡ 10⁶ ਜੂਲ ਹੁੰਦੇ ਨੇ 1 ਮੈਗਾ ਜੂਲ ਦੇ ਵਿੱਚ। ਨੈਕਸਟ ਇਜ਼ ਐਨਰਜੀ। ਐਨਰਜੀ ਕੀ ਹੋਏਗੀ, ਕਿਸੇ ਵੀ ਵਰਕ ਨੂੰ ਕਰਨ ਦੇ ਲਈ ਸਾਡੇ ਵਿੱਚ ਕਿੰਨੀ ਕੈਪੇਬਿਲਿਟੀ ਆ, ਕਿੰਨੀ ਐਨਰਜੀ ਆ, ਜਾਂ ਕਿੰਨੀ ਅਸੀਂ ਅਬਿਲਿਟੀ ਦੇ ਨਾਲ ਕਿਸੇ ਵਰਕ ਨੂੰ ਕਰ ਸਕਦੇ ਹਾਂ। ਐਨਰਜੀ ਇਜ਼ ਦਾ ਐਬਿਲਿਟੀ ਟੂ ਡੂ ਵਰਕ, ਕੰਮ ਕਰਨ ਦੀ ਕਿੰਨੀ ਐਬਿਲਿਟੀ ਆ, ਜਾਂ ਅਸੀਂ ਹੋਰ ਟਰਮਸ ਦੇ ਵਿੱਚ ਕੀ ਕਹਿ ਸਕਦੇ ਹਾਂ, ਦੀ ਅਮਾਊਂਟ ਆਫ work possessed by a body, the amount of energy possessed by a body is equal to the amount of work it can do when its energy is released। ਜਦੋਂ ਸਾਡੀ ਬੋਡੀ ਐਨਰਜੀ ਰਿਲੀਜ਼ ਕਰਦੀ ਆ, ਤਾਂ ਸਾਡੀ ਬੋਡੀ ਦੇ ਵਿੱਚ ਕਿੰਨੀ ਅਮਾਊਂਟ ਆਫ ਜਿਹੜੀ ਐਨਰਜੀ ਆ ਉਹ ਕਿਹਦੇ ਇਕੁਅਲ ਹੋਏਗੀ, ਜਿੰਨਾ ਵਰਕ ਦੀ ਅਮਾਊਂਟ ਆ, ਜਿੰਨਾ ਅਸੀਂ ਕੰਮ ਕਰ ਸਕਦੇ ਹਾਂ, ਸਾਡੀ ਬੋਡੀ ਦੇ ਵਿੱਚ ਓਨੀ ਹੀ ਐਨਰਜੀ ਹੋਏਗੀ, ਜਾਂ ਓਨੀ ਹੀ ਐਨਰਜੀ ਅਸੀਂ ਲਾਵਾਂਗੇ, ਵਰਕ ਜਿੰਨਾ ਹੋਏਗਾ, ਜਿੰਨੀ ਅਮਾਊਂਟ ਆਫ ਵਰਕ ਹੋਏਗਾ, ਜਿੰਨੀ ਐਨਰਜੀ ਦੇ ਨਾਲ ਅਸੀਂ ਵਰਕ ਕਰ ਸਕਦੇ ਹਾਂ, ਸਾਡੀ ਬੋਡੀ ਦੇ ਵਿੱਚ ਓਨੀ ਹੀ ਐਨਰਜੀ ਹੋਏਗੀ। ਸੋ ਐਨਰਜੀ ਆਲਸੋ ਸਕੇਲਰ ਕੁਆਂਟਿਟੀ ਆ। ਠੀਕ ਹੈ, ਇਹਦੀ ਕੀ ਆ, ਕੋਈ ਡਾਇਰੈਕਸ਼ਨ ਨਹੀਂ ਹੈਗੀ, ਬਟ ਇਹਦਾ ਮੈਗਨੀਟਿਊਡ ਹੁੰਦਾ। ਨੈਕਸਟ SI ਯੂਨਿਟ ਆਫ ਐਨਰਜੀ ਇਜ਼ ਜੂਲ। ਵਰਕ ਦੀ ਵੀ ਜੂਲ ਸੀ ਔਰ ਐਨਰਜੀ ਦੀ ਵੀ, ਦੋਨਾਂ ਦੀ ਜਿਹੜੀ ਆਪਣੇ ਕੋਲ
ਡੈਫੀਨੇਸ਼ਨ ਆਈ ਆ, ਸੌਰੀ ਯੂਨਿਟਸ ਆਏ ਨੇ, ਦੈਟ these are same. The energy required to do 1 joule of work is called 1 joule energy. ਆਲਰੇਡੀ ਆਪਾਂ ਇਹਨੂੰ ਕਰ ਚੁੱਕੇ ਹਾਂ ਕਿ ਕਿੰਨਾ ਕੰਮ ਅਸੀਂ ਕਰਨਾ ਉਹ ਸਾਡੀ એનર્ਜੀ 'ਤੇ ਡਿਪੈਂਡ ਕਰਦਾ, ਕਿ ਅਗਰ ਸਾਡੇ ਕੋਲ એનર્ਜੀ ਜ਼ਿਆਦਾ ਵਾ, ਇੱਕ ਵਰਕ ਨੂੰ ਕਰਨ ਲਈ ਕਿੰਨੀ એનર્ਜੀ ਲੱਗਦੀ ਹੈ, ਤਾਂ ਉਹ ਵਰਕ ਨੂੰ ਕਰਨ ਲਈ ਲੱਗੀ એનર્ਜੀ ਸਾਡੀ ਬਾਡੀ ਦੇ ਵਿੱਚੋਂ ਕਿੰਨੀ ਨਿਕਲ ਰਹੀ ਹੈ એનર્ਜੀ, ਦੋਨੋਂ ਸੇਮ ਹੋਣਗੀਆਂ। ਇਸ ਕਰਕੇ ਇਹ ਜਿਹੜੀ ਲਾਈਨ ਆ ਇਹਦਾ ਇਹੀ ਮਤਲਬ ਆ ਕਿ ਇੱਕ એનર્ਜੀ ਜਿਹੜੀ ਆ ਇੱਕ ਜੂਲ ਨੂੰ ਕੰਮ ਕਰਨ ਦੇ ਲਈ, ਇੱਕ ਜੂਲ ਦਾ ਜਿਹੜਾ ਕੰਮ ਆ ਉਹਨੂੰ ਕਰਨ ਲਈ ਕਿੰਨੀ એનર્ਜੀ ਚਾਹੀਦੀ ਆ, 1 ਜੂਲ એનર્ਜੀ ਚਾਹੀਦੀ ਆ। ਸੋ ਅਗਰ ਕੋਈ ਕੰਮ ਆ ਅਸੀਂ ਕਰਨਾ, ਅਗਰ ਉਹਦੀ ਅਮਾਊਂਟ 1 ਜੂਲ ਆ ਤਾਂ એનર્ਜੀ ਵੀ ਉਹਨੂੰ ਕਿੰਨੀ ਲੱਗੇਗੀ, 1 ਜੂਲ ਹੀ ਲੱਗੇਗੀ। ਸੋ ਦ ਬਿਗਰ, ਅਗਰ ਅਸੀਂ ਬਿਗਰ ਯੂਨਿਟ ਦੀ ਗੱਲ ਕਰੀਏ એનર્ਜੀ ਦੀ, ਦੈਟ ਇਜ਼ ਕਿਲੋ ਜੂਲ। ਕਿਲੋ ਜੂਲ ਉਹਦੀ ਵੱਡੀ ਯੂਨਿਟ ਆ, ਐਂਡ ਇਹ ਆਪਾਂ ਪ੍ਰੀਵੀਅਸ ਕਰ ਚੁੱਕੇ ਹਾਂ। 1 ਕਿਲੋ ਜੂਲ ਦੇ ਵਿੱਚ 1000 ਜੂਲਸ ਹੁੰਦੇ ਨੇ। ਇਟ ਕੈਨ ਬੀ ਰਿਟਨ ਇਨ ਫੁੱਲ ਫਾਰਮਸ ਐਜ਼ ਵੈਲ ਐਜ਼ ਇਨ ਸ਼ਾਰਟ ਫਾਰਮ ਆਲਸੋ। Next, energy exists in many forms. The main forms of energy are, there are 8 types of energies, या फिर 8 forms of energies we can say. First is kinetic energy, second is potential energy, third is chemical energy, heat energy, light energy, sound energy, electrical energy, nuclear energy। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ એનર્ਜੀਜ਼ ਹੁੰਦੀਆਂ, ਜਿਵੇਂ ਕਿ ਸੋਲਰ એનર્ਜੀ, ਹਾਈਡਰੋ એનર્ਜੀ, ਬਹੁਤ ਸਾਰੀਆਂ એનર્ਜੀਜ਼ ਹੁੰਦੀਆਂ ਨੇ, ਹੈ ਨਾ। ਵਿੰਡ એનર્ਜੀ, ਜੋ ਕਿ ਅਸੀਂ ਅਜੇ ਨਹੀਂ ਇਹਦੇ ਵਿੱਚ ਡਿਸਕਸ ਕੀਤੀਆਂ, ਉਹ ਸਿਰਫ ਤੁਹਾਡੀ ਬੁੱਕ ਦੇ ਸਿਲੇਬਸ ਦੇ ਅਕੋਰਡਿੰਗ ਹੀ ਜਿਹੜੀਆਂ એનર્ਜੀਜ਼ ਸੀ। ਐਟੋਮਿਕ એનર્ਜੀ, ਇਹ ਸਾਰੀਆਂ એનર્ਜੀਜ਼ ਨੇ ਜਿਹੜੀਆਂ, ਬਹੁਤ ਸਾਰੀਆਂ એનર્ਜੀਜ਼ ਨੇ, ਅਲੱਗ-ਅਲੱਗ ਫਾਰਮਸ ਦੇ ਵਿੱਚ ਨੇ, ਬਟ ਸਟਿਲ ਵੀ have to read only 3 forms of energies: kinetic energy, potential energy, chemical energy, heat energy, light energy, sound energy, electrical energy and nuclear energy. Here is kinetic energy. The energy of body due to its motion is called kinetic energy. Kinetic energy ਕਿਹੜੀ એનર્ਜੀ ਆ, ਕਿਸੇ ਵੀ ਬੋਡੀ ਦੇ ਵਿੱਚ ਮੋਸ਼ਨ ਦੇ ਕਰਕੇ ਆਈ ਗਈ એનર્ਜੀ ਨੂੰ ਅਸੀਂ ਕਿਨੈਟਿਕ એનર્ਜੀ ਕਹਿੰਦੇ ਆ। ਕੋਈ ਚੀਜ਼ ਮੂਵ ਕਰ ਰਹੀ ਆ, ਉਹਦੇ ਵਿੱਚ ਕਿਹੜੀ એનર્ਜੀ ਹੋਏਗੀ, ਕਿਨੈਟਿਕ એનર્ਜੀ ਹੋਏਗੀ। ਕਿਸੇ ਵੀ ਬੋਡੀ ਦੇ ਵਿੱਚ ਉਹਦੇ ਮੋਸ਼ਨ ਦੇ ਨਾਲ ਆਈ ਗਈ એનર્ਜੀ ਨੂੰ ਕਿਹੜੀ એનર્ਜੀ ਕਹਿੰਦੇ ਆ ਅਸੀਂ, ਕਿਨੈਟਿਕ એનર્ਜੀ। ਡਿਊ ਟੂ ਇਟਸ ਮੋਸ਼ਨ, ਡਿਊ ਟੂ ਇਟਸ ਮੂਵਮੈਂਟ, ਫॉर एग्जांपल ਮੂਵਿੰਗ ਵਾਟਰ ਕੈਨ ਡੂ ਵਰਕ ਬਾਈ ਟਰਨਿੰਗ ਦੀ ਬਲੇਡਸ ਆਫ ਟਰਬਾਈਨ ਫॉर ਜਨਰੇਟਿੰਗ ਇਲੈਕਟ੍ਰਿਸਿਟੀ। ਹੁਣ ਵਾਟਰ ਮੂਵ ਕਰ ਰਿਹਾ, ਵਾਟਰ ਨੂੰ ਕੌਣ ਮੂਵ ਕਰਵਾ ਰਿਹਾ, ਟਰਬਾਈਨਸ, ਉਹਦੇ ਬਲੇਡਸ ਮੂਵ ਕਰਵਾ ਰਹੇ ਆ। ਹੁਣ ਵਾਟਰ ਮੂਵ ਕਰ ਰਿਹਾ ਅਤੇ ਵਾਟਰ ਦੇ ਨਾਲ ਮੂਵ ਕਰਨ ਦੇ ਨਾਲ ਉਹਦੇ ਵਿੱਚ ਕਿਹੜੀ એનર્ਜੀ ਆ ਚੁੱਕੀ ਹੈ ਇਸ ਟਾਈਮ, ਕਿਨੈਟਿਕ એનર્ਜੀ, ਜਾਂ ਫਿਰ ਹਾਈਡਰੋ એનર્ਜੀ ਕਹਿ ਸਕਦੇ ਹਾਂ, ਜਿਹਦੇ ਨਾਲ ਇਲੈਕਟ੍ਰਿਸਿਟੀ ਜਨਰੇਟ ਹੋ ਰਹੀ ਆ। ਸੋ ਇਸ ਕਰਕੇ ਇਹ ਜਿਹੜੀ એનર્ਜੀ ਆ ਇਹਨੂੰ ਅਸੀਂ ਕਦੇ ਵੀ ਕ੍ਰੀਏਟ ਨਹੀਂ ਕਰ ਸਕਦੇ, ਇਹ ਵੀ ਗੱਲ ਆ। ਨੀਦਰ ਕੈਨ ਬੀ ਕ੍ਰੀਏਟਡ ਨੋਰ ਡਿਸਟਰੋਇਡ। ਅਸੀਂ ਜਿਹੜੀ એનર્ਜੀ ਆ ਉਹਨੂੰ ਕ੍ਰੀਏਟ ਨਹੀਂ ਕਰ ਸਕਦੇ, ਨੀਦਰ ਕ੍ਰੀਏਟਡ ਨੋਰ ਡਿਸਟਰੋਏ। ਠੀਕ ਹੈ, એનર્ਜੀ ਨੂੰ ਅਸੀਂ ਕ੍ਰੀਏਟ ਨਹੀਂ ਕਰ ਸਕਦੇ, ਡਿਸਟਰੋਏ ਨਹੀਂ ਕਰ ਸਕਦੇ, ਬਟ ਇਟ ਕੈਨ ਬੀ ਟਰਾਂਸਫਰ ਫਰੋਮ ਵਨ ਫਾਰਮ ਟੂ ਅਨਦਰ ਫਾਰਮ। ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ ਜ਼ਰੂਰ ਚੇਂਜ ਕਰ ਸਕਦੇ ਆ। એનર્ਜੀ ਜਿਹੜੀ ਆ ਹਮੇਸ਼ਾ ਕੰਜ਼ਰਵ ਰਹਿੰਦੀ ਹੈ, ਆਪਾਂ ਨੈਕਸਟ ਸਲਾਈਡਸ ਦੇ ਵਿੱਚ ਪੜ੍ਹਨ ਵਾਲੇ ਹਾਂ। ਨੈਕਸਟ ਐਗਜ਼ਾਮਪਲਸ ਨੇ ਬਹੁਤ ਸਾਰੀਆਂ ਹੋਰ ਕਿਨੈਟਿਕ એનર્ਜੀ ਦੀਆਂ। ਯੂ ਕੈਨ ਸੀ ਅ ਬਾਲ ਰੋਲਿੰਗ ਔਨ ਅ ਸਰਫੇਸ ਬਿਕੋਜ਼ ਇਟ ਕੈਨ ਸੈਟ ਅਨਦਰ ਬਾਲ ਇਨਟੂ ਮੋਸ਼ਨ। ਇੱਕ ਬਾਲ ਪਈ ਆ, ਮੈਂ ਰੋਲ ਕਰ ਰਹੀ ਹਾਂ ਉਹਨੂੰ, ਦੂਜੀ ਬਾਲ ਉਹਦੇ ਨਾਲ ਸਟਰਾਈਕ ਕਰੇਗੀ ਜਾ ਕੇ, ਤਾਂ ਇਹਦੇ ਵਿੱਚ ਤਾਂ ਮੋਸ਼ਨ ਹੈ ਹੀ ਹੈ, ਤਾਂ ਉਹ ਇਹ ਆਪਣੀ એનર્ਜੀ ਕਿਹਦੇ ਵਿੱਚ ਜਾ ਕੇ ਭਰ ਦੇਗੀ, ਦੂਜੀ ਵਾਲੀ ਦੇ ਨਾਲ ਬਾਲ ਦੇ ਵਿੱਚ ਭਰ ਦੇਗੀ। ਬਾਲ B1 ਹੈ, ਇਹਨੂੰ ਸਟਰਾਈਕ ਕੀਤਾ ਮੈਂ ਬਾਲ 2 ਦੇ ਨਾਲ, ਤਾਂ ਕੀ ਹੋਏਗਾ, ਬਾਲ B1 ਦੀ ਜੋ એનર્ਜੀ ਆ ਉਹ ਬਾਲ B2 ਦੇ ਵਿੱਚ ਆ ਜਾਏਗੀ, ਜਿਹਦੇ ਨਾਲ B1 ਤਾਂ ਮੋਸ਼ਨ 'ਚ ਹੋਏਗੀ B2 ਵੀ ਮੋਸ਼ਨ ਦੇ ਵਿੱਚ ਆ ਜਾਏਗੀ। ਇੱਥੋਂ ਸਾਨੂੰ ਪਤਾ ਲੱਗ ਰਿਹਾ ਕਿ ਜਿਹੜੀ એનર્ਜੀ ਆ ਉਹ ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ ਕਿਸ ਤਰ੍ਹਾਂ ਟਰਾਂਸਫਰ ਹੁੰਦੀ ਆ।
ਸੈਕਿੰਡ ਇਜ਼ ਅ ਬੁਲੇਟ ਫਾਇਰ ਫਰੋਮ ਅ ਗਨ ਵਿੱਚੋਂ ਇੱਕ ਬੁਲੇਟ ਫਾਇਰ ਕਰ ਰਿਹਾ ਵਾ ਐਜ਼ ਇਟ is able to penetrate some distance into a target which it strikes। ਠੀਕ ਹੈ, ਕੋਈ ਵੀ ਬੁਲਟ ਬਾਹਰ ਨਿਕਲ ਰਿਹਾ ਗਨ ਦੇ ਵਿੱਚੋਂ ਤਾਂ ਉਹਦੇ ਕੋਲ ਇੰਨੀ ਕੈਬਿਲਿਟੀ ਤਾਂ ਹੈਗੀ ਆ ਕਿ ਜਿੰਨਾ ਉਹ ਹੈ ਖੁਦ ਉਹਨੇ ਆਪਣੇ ਆਪ ਨੂੰ ਪੈਨੀਟਰੇਟ ਕਰ ਲੈਣਾ ਇੱਕ ਟਾਰਗੇਟ ਦੇ ਵਿੱਚ ਜਿੱਥੇ ਜਾ ਕੇ ਉਹ ਵੱਜਿਆ ਉਹਨੇ ਆਪਣੀ ਐਨਰਜੀ ਉੱਥੇ ਟਰਾਂਸਫਰ ਕਰ ਦੇਣੀ ਆ। ਠੀਕ ਹੈ, ਇਸੇ ਲਈ ਜਦੋਂ ਸਾਨੂੰ ਬੁਲੇਟ ਲੱਗਦੀ ਹੈ ਤਾਂ ਬੁਲੇਟ ਦੀ ਜਿਹੜੀ ਜਿਸ ਵੈਲੋਸਿਟੀ ਨਾਲ ਬੁਲੇਟ ਜਾਏਗੀ, ਠੀਕ ਹੈ, ਤਾਂ ਉਹਨੇ ਕੀ ਕਰਨਾ ਆਪਣੀ ਐਨਰਜੀ ਜਾ ਕੇ ਆ ਜਿਹਦੇ ਵਿੱਚ ਜਾ ਕੇ ਵੱਜੇਗੀ ਉੱਥੇ ਟਰਾਂਸਫਰ ਕਰ ਦੇਣੀ ਆ। ਠੀਕ ਹੈ, ਨੈਕਸਟ ਇਜ਼ ਥਰਡ ਵਾਟਰ ਇਨ ਮੋਸ਼ਨ ਐਜ਼ ਇਟ ਕੈਨ ਟਰਨ ਅ ਵੀਲ ਔਰ ਅ ਟਰਬਾਈਨ। ਵੀਲ ਜਿਹੜਾ ਵਾ ਮੂਵ ਕਰ ਰਿਹਾ ਵਾ, ਠੀਕ ਹੈ, ਵਾਟਰ ਦੇ ਮੋਸ਼ਨ ਦੇ ਨਾਲ ਕਰ ਰਿਹਾ ਵਾ ਤਾਂ ਵੀਲ ਵਾਟਰ ਦੇ ਵਿੱਚੋਂ ਜਿਹੜੀ ਨਿਕਲ ਰਹੀ ਐਨਰਜੀ ਆ ਉਹ ਕੀ ਪ੍ਰੋਡਿਊਸ ਕਰੇਗੀ, ਇਲੈਕਟ੍ਰਿਸਿਟੀ ਪ੍ਰੋਡਿਊਸ ਕਰੇਗੀ। ਥਰਡ ਇਜ਼ ਅ ਮੂਵਿੰਗ ਹੈਮਰ। ਕੋਈ ਵੀ ਚੀਜ਼ ਮੂਵ ਕਰ ਰਹੀ ਆ ਤਾਂ ਸਾਨੂੰ ਪਤਾ ਹੀ ਆ ਕਿ ਉਹਦੇ ਵਿੱਚ ਕਿਨੈਟਿਕ ਐਨਰਜੀ ਹੋਏਗੀ। Okay, here is a formula for kinetic energy. This is very important and it can also come in exams 2 marks 3 marks 4 marks ਦੇ ਵਿੱਚ ਜਿਹੜਾ ਫਾਰਮੂਲਾ ਡਰਾਈਵ ਕਰਨਾ ਆ ਜਾਂਦਾ ਕਿ ਐਨਰਜੀ ਜਿਹੜੀ ਹੈ ਕਿਨੈਟਿਕ ਐਨਰਜੀ ਆ ਹਾਫ mv² ਦੇ ਇਕੁਅਲ ਆ, ਤੁਸੀਂ ਪ੍ਰੂਵ ਕਰੋ। ਸੋ ਪ੍ਰੂਵ ਕਰਨ ਦੇ ਲਈ ਆਪਾਂ ਇਹਨਾਂ ਨੂੰ ਸੋਲਵ ਕਰਦੇ ਹਾਂ। ਫਸਟ ਆਫ ਆਲ ਵਰਕ ਡਨ ਦੀ ਇਕੁਏਸ਼ਨ ਲਵਾਂਗੇ, ਇਹਨੂੰ 1 ਨੰਬਰ ਦੇਵਾਂਗੇ ਕਿ ਵਰਕ ਡਨ ਕਿਹਦੇ ਇਕੁਅਲ ਹੋਏਗਾ, ਵਰਕ ਇਜ਼ ਇਕੁਅਲ ਟੂ ਫੋਰਸ ਇਨਟੂ ਡਿਸਟੈਂਸ। ਸੋ ਡਿਊ ਟੂ ਫੋਰਸ ਦਾ ਵੈਲੋਸਿਟੀ ਚੇਂਜਸ ਟੂ v। ਠੀਕ ਹੈ, ਕੋਈ ਵੀ ਕੰਮ ਆਪਾਂ ਕਰ ਰਹੇ ਹਾਂ, ਫੋਰਸ ਲਗਾ ਰਹੇ ਹਾਂ ਤਾਂ ਵੈਲੋਸਿਟੀ ਵੀ ਤਾਂ ਉਹਦੇ ਵਿੱਚ ਹੋਏਗੀ ਤੇ ਐਕਸਲੇਸ਼ਨ ਵੀ ਹੋਏਗੀ। ਠੀਕ ਹੈ, ਜਦੋਂ ਕੋਈ ਵੀ ਕੰਮ ਆਪਾਂ ਇੱਕ ਫੋਰਸ ਨਾਲ ਕਰ ਰਹੇ ਹਾਂ ਤਾਂ ਵੈਲੋਸਿਟੀ ਜਿਹੜੀ ਆ ਉਹ ਕਿਹਦੇ ਵਿੱਚ ਚੇਂਜ ਹੋ ਜਾਏਗੀ, ਵੈਲੋਸਿਟੀ ਨੂੰ ਅਸੀਂ v ਦੇ ਵਿੱਚ ਲਿਖਾਂਗੇ, ਐਕਸਲੇਸ਼ਨ ਨੂੰ ਅਸੀਂ a ਵਿੱਚ ਲਿਖਾਂਗੇ। ਹੁਣ ਦੋਨਾਂ ਦਾ ਕੋਈ ਰਿਲੇਸ਼ਨ ਅਸੀਂ ਪੜ੍ਹਿਆ ਹੋਵੇ ਪਹਿਲਾਂ, ਹਾਂਜੀ ਪੜ੍ਹਿਆ ਹੋਇਆ, s ਇਜ਼ ਇਕੁਅਲ ਟੂ v² ਮਾਈਨਸ u² ਇਕੁਅਲ ਟੂ 2as। ਇਹ ਜਿਹੜਾ ਆਪਣੇ ਕੋਲ ਫਾਰਮੂਲਾ ਇਹਦੇ ਵਿੱਚ ਦੇਖੋ ਵੈਲੋਸਿਟੀ ਇਨੀਸ਼ੀਅਲ ਵੀ ਆ, ਫਾਈਨਲ ਵੀ ਆ, ਇਹ ਐਕਸਲੇਸ਼ਨ ਵੀ ਆ ਤੇ ਐਸ ਡਿਸਪਲੇਸਮੈਂਟ ਵੀ ਆ। ਸੋ ਸਾਨੂੰ ਇੱਥੇ ਐਸ ਦੀ ਹੀ ਵੈਲਿਊ ਚਾਹੀਦੀ ਸੀਗੀ ਪੁੱਟ ਕਰਨ ਲਈ। ਸੋ v² ਮਾਈਨਸ u² ਇਕੁਅਲ ਟੂ 2as ਵਿੱਚੋਂ ਅਸੀਂ ਵੈਲਿਊ ਕੱਢ ਲੈਣੀ ਆ ਐਸ ਦੀ। ਕਿੱਦਾਂ ਕੱਢਾਂਗੇ, ਆ ਦੇਖੋ v² ਮਾਈਨਸ u² ਇਕੁਅਲ ਟੂ 2as। ਐਸ ਇੱਧਰ ਹੀ ਰੱਖਾਂਗੇ, ਬਾਕੀ ਜਿਹੜਾ a² 2a ਆ ਜਿਹੜਾ ਇੱਧਰ ਆ ਕੇ ਡਿਵਾਈਡ ਹੋ ਜਾਏਗਾ। ਇਸ ਤਰੀਕੇ ਦੇ ਨਾਲ ਅਸੀਂ ਜਿਹੜੀ ਵੈਲਿਊ ਹੈ ਐਸ ਦੀ ਫਾਈਂਡ ਕਰ ਲਈ ਆ। ਹੁਣ ਸਾਨੂੰ ਪਤਾ ਫੋਰਸ ਦੀ ਜਿਹੜੀ ਵੈਲਿਊ ਆ ਉਹ ਕਿਹਦੇ ਬਰਾਬਰ ਹੁੰਦੀ ਆ, ਮਾਸ ਇਨਟੂ ਐਕਸਲੇਸ਼ਨ। ਫੋਰਸ ਜਿਹੜੀ ਆ ਉਹ ਕਿਹਦੇ ਕਰਕੇ ਹੁੰਦੀ ਆ, ਮਾਸ ਕਰਕੇ ਇਨਟੂ ਐਕਸਲੇਸ਼ਨ ਕਰਕੇ। ਫੋਰਸ ਕਿਸੇ ਚੀਜ਼ ਦੀ ਮੈਂ ਫੋਰਸ ਦੇਖਣੀ ਆ ਕਿ ਫੋਰਸ ਘੱਟ ਆ ਜਾਂ ਵੱਧ ਆ, ਅਗਰ ਉਸ ਚੀਜ਼ ਦਾ ਮਾਸ ਜ਼ਿਆਦਾ ਹੋਏਗਾ, ਠੀਕ ਹੈ, ਤਾਂ ਫੋਰਸ ਜਿਹੜੀ ਹਮੇਸ਼ਾ ਕੀ ਹੋਏਗੀ, ਡਾਇਰੈਕਟਲੀ ਪ੍ਰਪੋਰਸ਼ਨਲ ਹੋਏਗੀ ਮਾਸ ਦੇ। ਔਰ ਦੂਜੀ ਗੱਲ, ਫੋਰਸ ਕਿਹਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੋਏਗੀ, ਵੈਲੋਸਿਟੀ ਦੇ। ਠੀਕ ਹੈ, ਇਸ ਚੀਜ਼ ਨੂੰ ਪ੍ਰੂਵ ਕਰਨ ਦੇ ਲਈ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦੀ ਹਾਂ ਕਿ ਇੱਕ ਮੇਰੇ ਕੋਲ ਇੱਥੇ ਟਰੱਕ ਆ ਔਰ ਇੱਥੇ ਇੱਕ ਆਪਣੇ ਕੋਲ ਵਾਲ ਆ ਜਾਂ ਬਲੋਕ ਆ ਕੋਈ, ਠੀਕ ਹੈ, ਵੁਡਨ ਬਲੋਕ ਆ, ਇਹ ਇੱਕ ਬੱਸ ਆ ਔਰ ਇਹ ਇੱਕ ਸਾਈਕਲ ਆ। ਬੱਸ ਦਾ ਮਾਸ ਜ਼ਿਆਦਾ, ਬੱਸ ਇਸ ਬਲੋਕ ਦੇ ਵਿੱਚ ਲੱਗ ਰਹੀ ਹੈ ਤੇ ਬਲੋਕ ਮੂਵ ਕਰੇਗਾ। ਸਾਈਕਲ ਇਸ ਬਲੋਕ ਵਿੱਚ ਲੱਗ ਰਹੀ ਆ ਤਾਂ ਜਿਸ ਸਪੀਡ ਦੇ ਨਾਲ ਬੱਸ ਆ ਰਹੀ ਆ, ਹੁਣ ਬੱਸ ਦੀ ਵੈਲੋਸਿਟੀ ਕੀ ਆ, ਜ਼ਿਆਦਾ। ਜਿੰਨੀ ਜ਼ਿਆਦਾ ਉਹਦੀ ਵੈਲੋਸਿਟੀ ਹੋਏਗੀ, ਆਪਾਂ ਪੜ੍ਹ ਕੇ ਹਟੇ ਹਾਂ ਕਿ ਫੋਰਸ ਕਿਹਦੇ ਡਾਇਰੈਕਟਲੀ ਪ੍ਰਪੋਰਸ਼ਨਲ ਆ, ਵੈਲੋਸਿਟੀ ਦੀ। ਅਗਰ ਵੈਲੋਸਿਟੀ ਜ਼ਿਆਦਾ ਹੋਏਗੀ ਬੱਸ ਦੀ ਤਾਂ ਉਨੀ ਫੋਰਸ ਦੇ ਨਾਲ ਹੀ ਉਹਨੇ ਜਾ ਕੇ ਇਸ ਬਲੋਕ ਦੇ ਵਿੱਚ ਵੱਜਣਾ, ਤਾਂ ਉਸ ਫੋਰਸ ਦੇ ਨਾਲ ਹੀ ਉਹਦੀ ਡਿਸਪਲੇਸਮੈਂਟ ਹੋਏਗੀ। ਸੋ ਸਿਮਿਲਰਲੀ ਸਾਈਕਲ ਦੀ ਵੈਲੋਸਿਟੀ ਕੀ ਹੋਏਗੀ, ਘੱਟ ਹੋਏਗੀ ਐਜ਼ ਕੰਪੇਅਰ ਟੂ ਬੱਸ, ਤਾਂ ਉਹਦੀ ਫੋਰਸ ਵੀ ਕੀ ਹੋਏਗੀ, ਘੱਟ ਹੋਏਗੀ। ਤਾਂ ਇੱਥੋਂ ਤੁਹਾਨੂੰ ਇਹ ਕਨਸੈਪਟ ਕਲੀਅਰ ਹੋ ਜਾਣਾ ਚਾਹੀਦਾ ਕਿ ਜਿਹੜਾ ਵੈਲੋਸਿਟੀ ਆ ਜਿਹੜੀ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੋਏਗੀ ਫੋਰਸ ਦੀ। ਸੋ ਇੱਥੇ ਇੱਕ ਆਪਣੇ ਕੋਲ ਹੋਰ ਫਾਰਮੂਲਾ ਨਿਕਲ ਕੇ ਆਇਆ, F ਇਜ਼ ਇਕੁਅਲ ਟੂ ma ਵਿਚ ਇਜ਼
ਮਾਸ ਇਨਟੂ ਐਕਸਲੇਸ਼ਨ, ਕਿ ਮਾਸ ਜ਼ਿਆਦਾ ਹੋਏਗਾ। ਹੁਣ ਬੱਸ ਦਾ ਮਾਸ ਵੀ ਤਾਂ ਜ਼ਿਆਦਾ ਹੀ ਆ ਸਾਈਕਲ ਦੇ ਨਾਲੋਂ, ਹੈ ਨਾ। ਸੋ ਫੋਰਸ ਵੀ ਉਨੀ ਹੋਏਗੀ, ਐਕਸਲੇਸ਼ਨ ਵੀ ਜ਼ਿਆਦਾ ਹੋਏਗੀ, ਦੋਨੋਂ ਚੀਜ਼ਾਂ ਕੀ ਹੋ ਗਈਆਂ, ਜ਼ਿਆਦਾ ਨੇ। ਸੋ ਐਫ ਦੀ ਜਿਹੜੀ ਵੈਲਿਊ ਆ, ਐਸ ਦੀ ਵੈਲਿਊ ਆ, ਅਸੀਂ ਇੱਥੇ ਪੁੱਟ ਕਰ ਦੇਣੀ ਆ। ਐਸ ਦੀ ਵੈਲਿਊ ਅਸੀਂ ਇੱਥੇ ਕੱਢ ਚੁੱਕੇ ਹਾਂ। ਇੱਥੇ ਸਾਡੇ ਕੋਲ ਐਫ ਦੀ ਵੈਲਿਊ ਜਿਹੜੀ ਆ ਪਤਾ ਲੱਗ ਚੁੱਕੀ ਆ ਕਿ ਸੋਰੀ, ਐਫ ਦੀ ਵੈਲਿਊ ਸੈਕਿੰਡ ਔਰ ਥਰਡ ਪੁਆਇੰਟ ਨੂੰ ਅਸੀਂ ਪੁੱਟ ਕਰ ਦੇਣਾ ਵਾ ਫਸਟ ਦੇ ਵਿੱਚ। ਆਪਣੀ ਕਾਪੀਜ਼ ਦੇ ਉੱਪਰ ਨਲ ਕਰਕੇ ਦੇਖੋ ਤਾਂ ਕਿ ਤੁਹਾਨੂੰ ਮੋਰ ਕਲੈਰਿਟੀ ਹੋ ਜਾਏ। ਹੁਣ ਇਸ ਕੇਸ ਵਿੱਚ ਏ ਨਾਲ ਏ ਕੈਂਸਲ ਹੋ ਜਾਏਗੀ, ਠੀਕ ਹੈ। ਤਾਂ ਬਚ ਕੀ ਗਿਆ ਸਾਡੇ ਕੋਲ, ਯੂ ਸਕੇਅਰ ਮਾਈਨਸ ਵੀ ਸਕੇਅਰ ਮਾਈਨਸ ਯੂ ਸਕੇਅਰ ਅਪੋਨ 2 ਅਤੇ ਨਾਲ ਬਚ ਗਿਆ ਹੋਇਆ ਐਮ। ਸੋ ਅਸੀਂ ਇਹਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, ਡਬਲਿਊ ਇਜ਼ ਇਕੁਅਲਸ ਟੂ ਹਾਫ ਐਮ ਯੂ ਸਕੇਅਰ ਮਾਈਨਸ ਵੀ ਸਕੇਅਰ। ਹੁਣ ਇੱਥੇ ਸਾਡੇ ਕੋਲ ਜਿਹੜਾ ਆਬਜੈਕਟ ਆ ਉਹ ਕੀ ਆ, ਰੈਸਟ 'ਤੇ ਪਿਆ। ਅਗਰ ਰੈਸਟ 'ਤੇ ਪਿਆ ਆਬਜੈਕਟ, ਮੰਨ ਕੇ ਚਲੀਏ ਕਿ ਅਗਰ ਰੈਸਟ 'ਤੇ ਪਿਆ ਆਬਜੈਕਟ, ਰੈਸਟ 'ਤੇ ਆ, ਹਜੇ ਉਹਦੀ ਇਨੀਸ਼ੀਅਲ ਵੈਲੋਸਿਟੀ 0 ਆ, ਠੀਕ ਹੈ। ਕਿਉਂਕਿ ਵੈਲੋਸਿਟੀ ਜਦੋਂ ਉਹਦੀ ਫਾਈਨਲ ਵੈਲੋਸਿਟੀ ਹੀ ਵੀ ਸਕੇਅਰ ਹੋਏਗੀ ਨਾ, ਇਨੀਸ਼ੀਅਲ ਤਾਂ ਹਜੇ ਉਹ ਰੈਸਟ 'ਤੇ ਹੀ ਆ, ਹਜੇ ਉਹਨੂੰ ਡਰੋਪ ਨਹੀਂ ਕੀਤਾ ਕੋਈ। ਇੱਥੇ ਇੱਕ ਆਬਜੈਕਟ ਪਿਆ, ਮੈਂ ਉਹਨੂੰ ਡਰੋਪ ਕਰਨਾ ਚਾਹ ਰਹੀ ਹਾਂ ਕਿ ਕਿਨੈਟਿਕ ਐਨਰਜੀ ਦੇ ਵਿੱਚ ਆਵੇ। ਉਹਦੀ ਇਨੀਸ਼ੀਅਲ ਵੈਲੋਸਿਟੀ ਤਾਂ ਉਹਦੀ 0 ਹੋਏਗੀ ਨਾ, ਫਾਈਨਲ ਵੈਲੋਸਿਟੀ ਅਸੀਂ ਕਵਾਂਗੇ ਕਿ ਉਹਦੀ v ਆ। ਸੋ ਇਨੀਸ਼ੀਅਲ ਵੈਲੋਸਿਟੀ ਉਹਦੀ 0 ਹੋ ਜਾਏਗੀ। ਸੋ ਵੈਲਿਊ ਪੁੱਟ ਕਰੋ, u ਦੀ ਜਗ੍ਹਾ 'ਤੇ 0 ਪੁੱਟ ਕਰੋ, ਤਾਂ ਸਾਡੇ ਕੋਲ ਜਿਹੜਾ ਵਰਕ ਡਨ ਬਚ ਗਿਆ, ਦੈਟ ਇਜ਼ ਹਾਫ mv square. So this is the formula calculated for kinetic energy. So work ਕੀ ਹੋਏਗਾ, ਇੱਕ ਤਰ੍ਹਾਂ ਦੀ એનર્ਜੀ ਆ। ਉੱਪਰ ਆਪਾਂ ਕਹਿ ਚੁੱਕੇ ਹਾਂ ਕਿ ਵਰਕ ਡਨ ਕੀ ਆ, ਇੱਕ ਤਰ੍ਹਾਂ ਦਾ ਕਿਨੈਟਿਕ એનર્ਜੀ ਦੇ ਬਰਾਬਰ ਆ ਜਾਂ ਕਿਸੇ એનર્ਜੀ ਦੇ ਬਰਾਬਰ। ਅਸੀਂ ਪ੍ਰੀਵੀਅਸ ਸਲਾਈਡਸ ਦੇ ਵਿੱਚ ਕਰ ਚੁੱਕੇ ਹਾਂ। ਸੋ ਇੱਥੇ ਅਸੀਂ ਵਰਕ ਦੀ ਜਗ੍ਹਾ ਹੁਣ એનર્ਜੀ ਨੂੰ ਰਿਪਲੇਸ ਕਰਾਂਗੇ। ਸੋ ਹਾਫ mv ਸਕੇਅਰ, ਐਨਰਜੀ ਵਰਕ ਨੂੰ ਰਿਪਲੇਸ ਕਰ ਦਿੱਤਾ ਅਸੀਂ ਐਨਰਜੀ ਦੇ ਨਾਲ, ਹਾਫ mv ਸਕੁਏਅਰ। ਦਿਸ ਇਜ਼ ਵੈਰੀ ਈਜ਼ੀ ਫਾਰਮੂਲਾ ਐਂਡ ਤੁਸੀਂ ਇਹਦੀ ਪ੍ਰੈਕਟਿਸ ਕਰਨੀ ਆ ਕਾਪੀ ਦੇ ਉੱਪਰ, ਬਾਰ-ਬਾਰ ਡਰਾਈਵ ਕਰਕੇ ਇਹ ਆਉਂਦਾ ਜ਼ਰੂਰ ਹੈ। Next is potential energy. The energy possessed by a body because of its position or configuration is known as potential energy. ਠੀਕ ਹੈ, ਕੋਈ ਵੀ ਬੋਡੀ ਜਿਹਦੇ ਵਿੱਚ ਐਨਰਜੀ ਆਉਂਦੀ ਆ ਸਿਰਫ ਉਹਦੀ ਪੋਜੀਸ਼ਨ ਦੇ ਕਰਕੇ ਆ, ਠੀਕ ਹੈ। ਜੇ ਉਹਦੀ ਪੋਜੀਸ਼ਨ ਜਿਹੜੀ ਆ ਕਿਸ ਤਰ੍ਹਾਂ ਵਾ, ਠੀਕ ਹੈ, ਤਾਂ ਉਹ ਕੀ ਹੋਏਗੀ, ਪੋਟੈਂਸ਼ੀਅਲ ਐਨਰਜੀ ਹੋਏਗੀ। ਫॉर ਐਗਜ਼ਾਮਪਲ ਕਿ ਕੋਈ ਬਾਕਸ ਆ, ਉਹ ਇਸ ਹਾਈਟ 'ਤੇ ਖੜਾ, ਕੋਈ ਵੀ ਬਾਕਸ ਲੈ ਲਓ ਇੱਦਾਂ ਕਿ ਇੱਕ ਬਾਕਸ ਆ, ਠੀਕ ਹੈ, ਉਹ ਇੱਕ ਹਾਈਟ 'ਤੇ ਆ, ਮਤਲਬ ਇੱਥੋਂ ਤੋਂ ਲੈ ਕੇ ਇੱਥੇ ਤੱਕ ਉਹ ਐਚ ਹਾਈਟ 'ਤੇ ਆ। ਤਾਂ ਇੱਥੇ ਉਹਦੀ ਕਿੰਨੀ ਰੈਸਟ 'ਤੇ ਸੀ, ਜਦੋਂ ਮਤਲਬ ਰੈਸਟ 'ਤੇ ਹੀ ਆ, ਕੋਈ ਵੀ ਚੀਜ਼ ਜਿਹੜੀ ਪੋਜੀਸ਼ਨ ਕਰਕੇ ਹੋਵੇ, ਹੁਣ ਉਹ ਹਾਈਟ 'ਤੇ ਆ, ਤਾਂ ਇੱਥੇ ਤੋਂ ਲੈ ਕੇ ਇੱਥੇ ਤੱਕ ਉਹ ਕਿੰਨੀ ਉੱਪਰ ਗਿਆ, ਕਿੰਨੀ ਹਾਈਟ 'ਤੇ ਗਿਆ, ਤਾਂ ਉਹ ਉਹਦੀ ਪੋਟੈਂਸ਼ੀਅਲ ਐਨਰਜੀ, ਤਾਂ ਉਹਦੇ ਵਿੱਚ ਕਿੰਨੀ ਪੋਟੈਂਸ਼ੀਅਲ ਐਨਰਜੀ ਆਈ ਜਾਂ ਉਹਦੀ ਪੋਜੀਸ਼ਨ ਦੇ ਕਰਕੇ, ਠੀਕ ਹੈ। ਤਾਂ ਉਹ ਕੀ ਹੋ ਗਿਆ, ਉਹਦੀ ਪੋਟੈਂਸ਼ੀਅਲ ਐਨਰਜੀ। ਸੋ ਪੋਟੈਂਸ਼ੀਅਲ ਐਨਰਜੀ ਨੂੰ ਵੀ ਅਸੀਂ ਇਸੇ ਤਰ੍ਹਾਂ ਹੀ ਕੈਲਕੂਲੇਟ ਕਰ ਸਕਦੇ ਹਾਂ। ਪੋਟੈਂਸ਼ੀਅਲ ਐਨਰਜੀ ਆਫ ਐਨ ਆਬਜੈਕਟ ਐਟ ਅ ਹਾਈਟ, ਕੋਈ ਆਬਜੈਕਟ ਆ ਜਿਹੜਾ ਹਾਈਟ ਦੇ ਉੱਤੇ ਪਿਆ, ਤਾਂ ਅਸੀਂ ਇਹਦੀ ਪੋਟੈਂਸ਼ੀਅਲ ਐਨਰਜੀ ਫਾਈਂਡ ਕਰਨੀ ਆ। ਸੋ ਸਪੋਜ਼ ਅ ਬੋਡੀ ਆਫ ਮਾਸ m ਇਜ਼ ਰੇਜ਼ਡ ਟੂ ਅ ਹਾਈਟ, ਕੋਈ ਬੋਡੀ ਜਿਹੜੀ ਆ m ਹੈ, ਠੀਕ ਹੈ, ਅਤੇ ਉਹਨੂੰ ਮੈਂ h ਹਾਈਟ ਦੇ ਉੱਤੇ ਰੱਖਿਆ ਹੈ ਅਰਥ ਦੇ ਸਰਫੇਸ ਤੋਂ। ਦ ਫੋਰਸ ਐਕਟਿੰਗ ਔਨ ਦ ਬੋਡੀ ਇਜ਼ ਗ੍ਰੈਵੀਟੇਸ਼ਨਲ ਪੁੱਲ ਆਫ ਦਾ ਅਰਥ m ਇੰਟੂ g। ਹੁਣ ਇਹ ਜਿਹੜੀ ਹਾਈਟ ਆ, ਇਹਦੇ ਵਿੱਚ ਦੋ ਚੀਜ਼ਾਂ ਲੱਗ ਰਹੀਆਂ, ਦੇਖੋ, ਇੱਕ ਤਾਂ ਉਹਦਾ m ਮਾਸ ਐਕਟ ਕਰ ਰਿਹਾ, ਦੂਜਾ ਉਹਨੂੰ ਗ੍ਰੈਵੀਟੇਸ਼ਨ ਜਿਹੜੀ ਫੋਰਸ ਆ ਆਪਣੇ ਵੱਲ ਖਿੱਚ ਰਹੀ ਆ। ਸੋ mg ਹੋ ਗਿਆ ਅਤੇ ਇੱਕ ਉਹਦੀ ਹਾਈਟ, ਤੋਂ ਤਿੰਨਾਂ ਤੋਂ ਮਿਲ ਕੇ ਦੇਖੋ ਪੋਟੈਂਸ਼ੀਅਲ ਐਨਰਜੀ ਬਣ ਗਈ ਆ m ਮਲਟੀਪਲਾਈ ਬਾਈ g ਮਲਟੀਪਲਾਈ ਬਾਈ h। ਸੋ m ਇਜ਼ ਇੱਥੇ ਮਾਸ ਤੋਂ ਆ, g ਗ੍ਰੈਵਿਟੀ ਆ, ਅਤੇ h ਉਹਦੀ ਹਾਈਟ ਆ। ਸੋ ਦਿਸ ਇਜ਼ ਆਲ ਅਕੋਰਡਿੰਗ ਟੂ ਦੀ ਵਰਕ ਡਨ। ਸੋ ਵਰਕ ਡਨ ਇਜ਼ ਇਕੁਅਲਸ ਟੂ ਫੋਰਸ ਇਨਟੂ ਡਿਸਟੈਂਸ। ਸੋ ਫੋਰਸ ਕਿਹੜੀ ਲੱਗ ਰਹੀ ਆ ਉਹਦੇ 'ਤੇ, mg ਲੱਗ ਰਹੀ ਆ। ਡਿਸਟੈਂਸ ਕਿੰਨਾ ਇਹਨਾਂ ਦੇ ਵਿੱਚ, ਦੋਨਾਂ ਦੇ ਵਿੱਚ h ਡਿਸਟੈਂਸ ਆ, ਠੀਕ ਹੈ। Next is law of conservation of energy. According to the law of conservation of energy, energy can only be converted from one form to another. It can neither be created or nor destroyed. The total energy before and after the transformation remains the same.
ਸੋ ਇਹ ਇੰਪੋਰਟੈਂਟ ਲਾਅ ਇੱਕ ਆਪਣੇ ਸਾਇੰਸ ਦੀ ਚੈਪਟਰ ਦੇ ਵਿੱਚ ਹੀ, ਲਾਅ ਆਫ ਕੰਜ਼ਰਵੇਸ਼ਨ ਆਫ ਐਨਰਜੀ, ਕਿ ਜਿਹੜੀ ਐਨਰਜੀ ਆ ਉਹਨੂੰ ਅਸੀਂ ਕ੍ਰੀਏਟ ਨਹੀਂ ਕਰ ਸਕਦੇ ਹੈਗੇ, ਉਹਨੂੰ ਅਸੀਂ ਡਿਸਟਰੋਏ ਨਹੀਂ ਕਰ ਸਕਦੇ ਐਨਰਜੀ ਨੂੰ, ਬਟ ਅਸੀਂ ਉਹਨੂੰ ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ ਚੇਂਜ ਕਰ ਸਕਦੇ ਹਾਂ, ਟਰਾਂਸਫਰ ਕਰ ਸਕਦੇ ਹਾਂ ਜਾਂ ਕਨਵਰਟ ਕਰ ਸਕਦੇ ਹਾਂ। ਸੋ ਜਿਹੜੀ ਐਨਰਜੀ ਆ ਟਰਾਂਸਫੋਰਮੇਸ਼ਨ ਹੋਣ ਤੋਂ ਪਹਿਲਾਂ ਅਤੇ ਟਰਾਂਸਫੋਰਮੇਸ਼ਨ ਹੋਣ ਤੋਂ ਬਾਅਦ ਜਿਹੜੀ ਆ ਉਹ ਸੇਮ ਰਹਿੰਦੀ ਆ, ਥਰੂ ਆਊਟ ਦਾ ਪ੍ਰੋਸੈਸ ਜਿਹੜੀ ਐਨਰਜੀ ਸੇਮ ਰਹਿੰਦੀ ਆ। ਸੋ ਦੁਬਾਰਾ ਫਿਰ ਆਪਾਂ ਇਹਨੂੰ ਕਰ ਲੈਂਦੇ ਹਾਂ ਕਿ ਅਕੋਰਡਿੰਗ ਟੂ ਲਾਅ ਆਫ ਕੰਜ਼ਰਵੇਸ਼ਨ ਆਫ ਐਨਰਜੀ ਨੂੰ ਸਿਰਫ ਅਸੀਂ ਕਨਵਰਟ ਕਰ ਸਕਦੇ ਹਾਂ ਫਰੋਮ ਵਨ ਫਾਰਮ ਟੂ ਅਨਦਰ ਫਾਰਮ। ਇਟ ਕੈਨ ਨੀਦਰ ਬੀ ਕ੍ਰੀਏਟਡ ਨੋਰ ਡਿਸਟਰੋਇਡ। Next is mechanical energy. It is the sum of kinetic energy and potential energy। मतलब अगर ਅਸੀਂ ਮਕੈਨੀਕਲ ਐਨਰਜੀ ਦੀ ਗੱਲ ਕਰੀਏ ਤਾਂ ਇਹ ਕਿਹਦੇ ਇਕੁਅਲ ਆ, ਕਿਨੈਟਿਕ ਐਨਰਜੀ ਪਲੱਸ ਪੋਟੈਂਸ਼ੀਅਲ ਐਨਰਜੀ। ਕਿਨੈਟਿਕ ਐਨਰਜੀ ਅਸੀਂ ਪੜ੍ਹ ਚੁੱਕੇ ਹਾਂ ਕਿ ਜੋ ਮੋਸ਼ਨ ਦੇ ਕਰਕੇ ਹੋਵੇ, ਕੋਈ ਆਬਜੈਕਟ ਮੋਸ਼ਨ ਵਿੱਚ ਆਪਾਂ ਕਵਾਂਗੇ ਕਿ ਉਹਦੇ ਕੋਲ ਕਿਨੈਟਿਕ ਐਨਰਜੀ, ਮਤਲਬ ਉਹ ਜਿਹੜਾ ਆਬਜੈਕਟ ਆ ਉਹ ਕਿਨੈਟਿਕ ਐਨਰਜੀ ਪੋਜ਼ੈਸ ਕਰੇ ਕੀਤੀ ਹੋਈ ਆ ਉਹਦੇ ਕੋਲ। ਅਤੇ ਪੋਟੈਂਸ਼ੀਅਲ ਐਨਰਜੀ ਕਿਹਦੇ ਕਰਕੇ ਆ ਕਿ ਅਗਰ ਕੋਈ ਆਬਜੈਕਟ ਰੈਸਟ 'ਤੇ ਹੋਵੇ, ਰੈਸਟ ਕਰਕੇ ਉਹਦੇ ਕੋਲ ਜਿਹੜੀ ਐਨਰਜੀ ਹੋਏਗੀ ਉਹਨੂੰ ਆਪਾਂ ਪੋਟੈਂਸ਼ੀਅਲ ਐਨਰਜੀ ਕਹਿੰਦੇ ਹਾਂ। ਸੋ ਦੋਨਾਂ ਦਾ ਜਿਹੜਾ ਸਮ ਅਪ ਆ ਦੈਟ ਇਜ਼ ਇਕੁਅਲ ਟੂ ਮਕੈਨੀਕਲ ਐਨਰਜੀ। Therefore, it is the energy obtained by an object due to motion or by virtue of its location. Example, a bicycle climbing a hill possesses kinetic energy as well as potential energy। ਹੁਣ ਇਹਦੇ ਵਿੱਚ ਉਹਨਾਂ ਨੇ ਦੋਨੋਂ ਹੀ ਮਕੈਨੀਕਲ ਐਨਰਜੀ ਦੀ ਜਿਹੜੀ ਐਗਜ਼ਾਮਪਲ ਹੈ ਇੱਕ ਹੀ ਐਗਜ਼ਾਮਪਲ ਦੇ ਵਿੱਚ ਦੇ ਦਿੱਤੀ ਹੈ ਕਿ ਕੋਈ ਇੱਕ ਆਪਣੇ ਕੋਲ ਹਿੱਲ ਆ, ਉਹਦੇ ਉੱਪਰ ਕੋਈ ਸਾਈਕਲ ਜਿਹੜਾ ਵਾ ਪਰਸਨ ਜਿਹੜਾ ਇੱਕ ਸਾਈਕਲ ਦੇ ਉੱਤੇ ਜਾ ਰਿਹਾ ਵਾ, ਠੀਕ ਹੈ। ਜਦੋਂ ਉਹ ਜਾ ਰਿਹਾ ਫਸਟ ਆਫ ਆਲ ਤਾਂ ਉਹ ਮੋਸ਼ਨ ਦੇ ਵਿੱਚ ਵੀ ਆ ਅਤੇ ਆਪਣੀ ਹਾਈਟ ਮਤਲਬ ਪੋਜੀਸ਼ਨ ਵੀ ਆ ਉਹਦੇ ਕੋਲ, ਹਾਈਟ ਦੇ ਉੱਤੇ ਜਾ ਰਿਹਾ ਤਾਂ ਉਹਦੇ ਕੋਲ ਦੋਨੋਂ ਜਿਹੜੀਆਂ ਐਨਰਜੀਜ਼ ਪੋਜ਼ੈਸ ਕੀਤੀਆਂ ਹੋਈਆਂ ਬਾਈਸਾਈਕਲ ਦੇ ਕੋਲ, ਠੀਕ ਹੈ। ਕਿ ਉਹ ਉੱਪਰ ਵੀ ਜਾ ਰਿਹਾ ਵਾ, ਮੋਸ਼ਨ ਦੇ ਵਿੱਚ ਵੀ ਜਾ ਰਿਹਾ, ਅਤੇ ਪਲੱਸ ਕੀ ਆ ਕਿ ਉਹਦੀ ਜਿਹੜੀ ਲੋਕੇਸ਼ਨ ਆ ਉਹ ਵੀ ਜਿਹੜੀ ਆ ਚੇਂਜ ਹੋ ਰਹੀ ਆ, ਮਤਲਬ ਉਹ ਬੋਟਮ ਟੂ ਹਾਈਟ ਜਾ ਰਿਹਾ, ਇੱਕ ਹਾਈਟ 'ਤੇ ਜਾ ਰਿਹਾ ਵਾ। ਤਾਂ ਇਸ ਕਰਕੇ ਉਹ ਕੀ ਆ ਉਹਦੇ ਕੋਲ ਪੋਟੈਂਸ਼ੀਅਲ ਐਨਰਜੀ ਵੀ ਹੋਏਗੀ, ਜੋ ਉਹਦੀ ਪੋਜੀਸ਼ਨ ਕਰਕੇ ਆਪਾਂ ਮੰਨ ਰਹੇ ਹਾਂ ਵੀ ਕਿਸੇ ਵੀ ਆਬਜੈਕਟ ਦੀ ਪੋਜੀਸ਼ਨ ਕਰਕੇ ਜੋ ਐਨਰਜੀ ਹੋਏਗੀ ਉਹ ਉਹਦੀ ਪੋਟੈਂਸ਼ੀਅਲ ਐਨਰਜੀ ਹੋਏਗੀ। ਨੈਕਸਟ ਇਜ਼ ਹੀਟ ਐਨਰਜੀ। ਹੀਟ ਐਨਰਜੀ ਤੋਂ ਹੀ ਪਤਾ ਲੱਗ ਰਿਹਾ ਆਪਾਂ ਨੂੰ ਕਿ ਉਹ ਐਨਰਜੀ ਜੋ ਇੱਕ ਸਾਨੂੰ ਕਿਸੇ ਟੈਂਪਰੇਚਰ ਕਰਕੇ ਮਿਲ ਰਹੀ ਹੋਵੇ, ਠੀਕ ਹੈ। ਇਟ ਇਜ਼ ਦੀ ਐਨਰਜੀ ਓਬਟੇਨਡ ਬਾਈ ਐਨ ਆਬਜੈਕਟ ਡਿਊ ਟੂ ਇਟਸ ਟੈਂਪਰੇਚਰ। ਇਟ ਇਜ਼ ਆਲਸੋ ਕਾਲਡ ਥਰਮਲ ਐਨਰਜੀ ਬਿਕੋਜ਼ ਥਰਮਲ ਦਾ ਮਤਲਬ ਹੀ ਹੀਟ ਤੋਂ ਹੁੰਦਾ। ਥਰਮਲ ਮੀਨਸ ਹੀਟ, ਸੋ ਇਹਨੂੰ ਅਸੀਂ ਥਰਮਲ ਐਨਰਜੀ ਵੀ ਕਹਿ ਦਿੰਦੇ ਹਾਂ ਅਤੇ ਅਸੀਂ ਇਹਨੂੰ ਹੀਟ ਐਨਰਜੀ ਵੀ ਕਹਿ ਦਿੰਦੇ ਹਾਂ। ਫੋਰ ਐਗਜ਼ਾਮਪਲ, ਐਨਰਜੀ ਪੋਜ਼ੈਸਡ ਬਾਏ ਅ ਹੌਟ ਕੱਪ, ਠੀਕ ਹੈ। ਕਿ ਕਿਸੇ ਗਰਮ ਕੱਪ ਵਿੱਚੋਂ ਐਨਰਜੀ ਨਿਕਲ ਰਹੀ ਆ, ਮਤਲਬ ਜੋ ਇੱਕ ਗਰਮ ਕੱਪ ਆ ਜਾਂ ਆਪਾਂ ਕਹਿ ਦਈਏ ਕਿ ਚਾਹ ਉਹਦੇ ਵਿੱਚ, ਤਾਂ ਉਹ ਐਨਰਜੀ ਪੋਜ਼ੈਸ ਕੀਤੀ ਹੋਈ ਆ ਉਹਨੇ, ਗਰਮ ਚਾਹ ਉਹਦੇ ਵਿੱਚ, ਕੱਪ ਵੀ ਗਰਮ ਹੋ ਗਿਆ ਅਤੇ ਉਸੇ ਕਰਕੇ ਐਨਰਜੀ ਉਹਦੇ ਕੋਲ ਕਿਹੜੀ ਆ ਗਈ ਆ, ਹੀਟ ਐਨਰਜੀ। ਬਹੁਤ ਸਾਰੀ ਐਗਜ਼ਾਮਪਲ ਇਹਦੇ ਨਾਲ ਰਿਲੇਟ ਕਰਦੀਆਂ, ਤੁਸੀਂ ਇਹਦੇ ਵਿੱਚ ਹੋਰ ਵੀ ਬਹੁਤ ਸਾਰੀ ਐਗਜ਼ਾਮਪਲਸ ਦੇ ਸਕਦੇ ਹੋ। ਹੀਟ ਐਨਰਜੀ ਜਿਵੇਂ ਕਿ ਬਲਬ ਗਰਮ ਹੋ ਰਿਹਾ, ਠੀਕ ਹੈ, ਬਲਬ ਔਨ ਆ, ਉਹਦੇ ਵਿੱਚੋਂ ਵੀ ਟੈਂਪਰੇਚਰ ਆ ਰਿਹਾ, ਮਤਲਬ ਇੱਕ ਉਹਦੀ ਹੀਟ ਆ ਰਹੀ ਆ ਬਲਬ ਦੇ ਕਰਕੇ। ਤਾਂ ਇਸ ਕਰਕੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਬਲਬ ਅਗਰ ਕੋਈ ਗਲੋ ਕਰ ਰਿਹਾ ਉਹਦੇ ਕੋਲ ਵੀ ਹੀਟ ਐਨਰਜੀ ਆ। ਸੋ ਸਿਮਿਲਰਲੀ ਬਹੁਤ ਸਾਰੇ ਐਗਜ਼ਾਮਪਲਸ ਜਿਹੜੀਆਂ ਅਸੀਂ ਹੀਟ ਐਨਰਜੀ ਦੇ ਵਿੱਚ ਦੇ ਸਕਦੇ ਹਾਂ। ਨੈਕਸਟ ਇਜ਼ ਕੈਮੀਕਲ ਐਨਰਜੀ। ਇਟ ਇਜ਼ ਦੀ ਐਨਰਜੀ ਅਕੋਮੂਲੇਟਡ ਇਨ ਦਾ ਬੌਂਡਸ ਆਫ ਦ ਕੈਮੀਕਲ ਕੰਪਾਊਂਡ, ਠੀਕ ਹੈ। ਕੋਈ ਵੀ ਕੰਪਾਊਂਡ ਆ ਜਿਹੜੇ ਉਹਦੇ ਬੌਂਡਸ ਨੇ, ਜਿਹੜੀਆਂ ਉਹਨਾਂ ਨੂੰ ਬੰਨ੍ਹ ਕੇ ਰੱਖਿਆ ਹੋਇਆ ਕੰਪਾਊਂਡ ਨੂੰ, ਉਹਨਾਂ ਦੇ ਵਿੱਚ ਜਿਹੜੀ ਐਨਰਜੀ ਅਕੋਮੂਲੇਟ ਹੋਈ ਆ ਉਹਨੂੰ ਅਸੀਂ ਕੈਮੀਕਲ ਐਨਰਜੀ ਕਹਿੰਦੇ ਹਾਂ। ਜਿਵੇਂ ਕਿ ਸੈੱਲਸ ਹੁੰਦੇ ਨੇ ਆਪਣੇ ਕੋਲ, ਠੀਕ ਹੈ, ਸੈੱਲ ਹੁੰਦੇ ਨੇ ਜਿਹੜੇ ਆਪਾਂ ਟੋਇਜ਼ ਦੇ ਵਿੱਚ ਪਾਉਂਦੇ ਹਾਂ, ਉਹਨਾਂ ਦੇ ਵਿੱਚ ਕੈਮੀਕਲ ਐਨਰਜੀ ਹੁੰਦੀ ਹੈ। ਕਿਉਂ ਹੁੰਦੀ ਹੈ? ਕਿਉਂਕਿ ਉਹਨਾਂ ਦੇ ਵਿੱਚ ਕੈਮੀਕਲ ਪਾਏ ਹੁੰਦੇ ਨੇ, ਠੀਕ ਹੈ। ਕੈਮੀਕਲ ਬੈਟਰੀ ਹੁੰਦੀ ਹੈ, ਬੈਟਰੀ ਵਿੱਚ ਵੀ ਸੇਮ ਚੀਜ਼ ਹੈ, ਬੈਟਰੀ ਵਿੱਚ ਵੀ ਕੈਮੀਕਲ ਐਨਰਜੀ ਕਹਿ ਸਕਦੇ ਹਾਂ ਅਸੀਂ। ਸੋ ਇਹ ਜਿਹੜੀ ਐਨਰਜੀ ਉਹਨੂੰ ਅਸੀਂ ਕੈਮੀਕਲ ਐਨਰਜੀ ਕਹਿੰਦੇ ਹਾਂ। ਕੈਮੀਕਲ ਐਨਰਜੀ ਇਜ਼ ਰਿਲੀਜ਼ਡ ਐਟ ਦਾ ਟਾਈਮ ਆਫ ਕੈਮੀਕਲ ਰਿਐਕਸ਼ਨ। ਕੋਈ ਵੀ ਕੈਮੀਕਲ ਰਿਐਕਸ਼ਨ ਹੋਏਗੀ, ਚਾਹੇ ਅਸੀਂ ਫੋਟੋਸਿੰਥੇਸਿਸ ਦੀ ਗੱਲ ਕਰ ਰਹੇ ਹਾਂ, ਉਹ ਵੀ ਕੀ ਹੈ, ਇੱਕ ਕੈਮੀਕਲ ਰਿਐਕਸ਼ਨ, ਫੋਟੋਸਿੰਥੇਸਿਸ। ਤਾਂ ਉਹਦੇ ਵਿੱਚੋਂ ਵੀ ਕਿਹੜੀ ਐਨਰਜੀ ਨਿਕਲ ਰਹੀ ਹੋਏਗੀ, ਕੈਮੀਕਲ
ਐਨਰਜੀ ਨਿਕਲ ਰਹੀ ਹੋਏਗੀ। ਸੋ ਐਨਰਜੀ ਪੋਜ਼ੈਸਡ ਬਾਏ ਨੈਚੁਰਲ ਗੈਸ ਐਂਡ ਬਾਇਓਮਾਸ, ਠੀਕ ਹੈ। ਕੋਈ ਵੀ ਨੈਚੁਰਲ ਗੈਸ ਆ ਉਹਦੇ ਵਿੱਚ ਵੀ ਐਨਰਜੀ ਆ, ਬਾਇਓਮਾਸ ਹੋ ਗਿਆ ਉਹਦੇ ਵਿੱਚ ਵੀ ਕੀ ਆ, ਕੈਮੀਕਲ ਐਨਰਜੀ ਆ। ਨੈਕਸਟ ਆਇਨਾਈਜੇਸ਼ਨ ਐਨਰਜੀ। ਆਇਨ ਮਤਲਬ ਸਮਝਦੇ ਹਾਂ ਆਪਾਂ, ਆਇਨ ਤੋਂ ਹੀ ਪਤਾ ਲੱਗ ਰਿਹਾ ਸਾਨੂੰ ਕਿ ਕੁਛ ਐਟਮਸ ਦੇ ਨਾਲ ਰਿਲੇਟਡ ਆ, ਕੁਛ ਇਲੈਕਟ੍ਰੋਨਸ ਦੇ ਨਾਲ ਰਿਲੇਟਡ ਆ। ਜਿਵੇਂ ਤੁਸੀਂ ਐਟਮ ਐਂਡ ਮੋਲੀਕਿਊਲਸ ਚੈਪਟਰ ਪੜ੍ਹ ਚੁੱਕੇ ਹੋ, ਉਹਦੇ ਵਿੱਚ ਆਪਣੇ ਕੋਲ ਇੱਕ ਨਿਊਕਲੀਅਸ ਆ, ਆਪਣੇ ਕੋਲ ਇੱਕ ਐਟਮ ਆ, ਉਹਦੇ ਵਿੱਚ ਇੱਕ ਨਿਊਕਲੀਅਸ ਆ, ਅਤੇ ਉਹਦੇ ਆਲੇ ਦੁਆਲੇ ਕੀ ਆਪਾਂ ਕਹਿ ਰਹੇ ਕਿ ਇਲੈਕਟ੍ਰੋਨ ਜਿਹੜੇ ਆ ਰਿਵੋਲਵ ਕਰਦੇ ਆ। ਸੋ ਜਿਸ ਨਿਊਕਲੀਅਸ ਦੇ ਵਿੱਚ ਹੈ ਨਾ ਇਲੈਕਟ੍ਰੋਨਸ ਬਾਈਂਡ ਕਰਕੇ ਰੱਖੇ ਹੋਏ ਆ, ਤਾਂ ਉਹਦੀ ਕੀ ਹੋਏਗੀ, ਆਇਨਾਈਜੇਸ਼ਨ ਐਨਰਜੀ ਹੋਏਗੀ। ਹਰ ਇਲੈਕਟ੍ਰੋਨ ਕੋਲ ਆਪਣੀ ਇੱਕ ਆਇਨਾਈਜੇਸ਼ਨ ਐਨਰਜੀ ਹੁੰਦੀ ਆ। ਇਟ ਇਜ਼ ਦੀ ਐਨਰਜੀ ਦੈਟ ਬਾਈਂਡਸ ਇਲੈਕਟ੍ਰੋਨਸ ਵਿਦ ਇਟਸ ਨਿਊਕਲੀਅਸ। ਮਤਲਬ ਇਸ ਨਿਊਕਲੀਅਸ ਦੇ ਨਾਲ ਬੰਨੇ ਹੋਏ ਨੇ ਨਾ, ਹੁਣ ਮਤਲਬ ਇਹ ਜਿਹੜੇ ਇਲੈਕਟ੍ਰੋਨਸ ਰਿਵੋਲਵ ਕਰ ਰਹੇ ਨੇ ਇਸ ਨਿਊਕਲੀਅਸ ਦੇ ਆਲੇ ਦੁਆਲੇ ਕਰ ਰਿਹਾ, ਤਾਂ ਇਸ ਕਰਕੇ ਇਸ ਨਿਊਕਲੀਅਸ ਦੇ ਨਾਲ ਜੋ ਇਲੈਕਟ੍ਰੋਨਸ ਦੇ ਕੋਲ ਐਨਰਜੀ ਹੈ, ਦੈਟ ਇਜ਼ ਆਇਨਾਈਜੇਸ਼ਨ ਐਨਰਜੀ। ਨੈਕਸਟ ਇਜ਼ ਸੋਨਿਕ ਐਨਰਜੀ। ਸੋਨਿਕ ਐਨਰਜੀ ਸਾਨੂੰ ਪਤਾ ਲੱਗਦਾ ਵਾ ਕਿ ਸੋਨਿਕ ਵਰਡ ਅਸੀਂ ਕਦੋਂ ਯੂਜ਼ ਕਰਦੇ ਹਾਂ, ਜਦੋਂ ਉਹਨੂੰ ਅਸੀਂ ਕਿਸੇ ਸਾਊਂਡ ਨਾਲ ਰਿਲੇਟ ਕਰਨਾ ਹੋਵੇ। ਸੋਨਿਕ ਵਰਡ ਜਿਹੜਾ ਅਸੀਂ ਹਮੇਸ਼ਾ ਸਾਊਂਡ ਨਾਲ ਰਿਲੇਟ ਕਰਦੇ ਹਾਂ, ਠੀਕ ਹੈ। ਜਿਵੇਂ ਸੋਨਿਕ ਵਾਈਬ੍ਰੇਸ਼ਨਸ ਹੋ ਗਈਆਂ, ਸੋਨਿਕ ਐਨਰਜੀ ਹੋ ਗਈ, ਇਸ ਤਰੀਕੇ ਨਾਲ। ਸੋ ਇਟ ਇਜ਼ ਦੀ ਐਨਰਜੀ ਪ੍ਰੋਡਿਊਸਡ ਬਾਈ ਅ ਸਬਸਟੈਂਸ ਐਜ਼ ਇਟ ਵਾਈਬ੍ਰੇਟਸ। ਕੋਈ ਵੀ ਸਬਸਟੈਂਸ ਆ, ਕੋਈ ਵੀ ਚੀਜ਼ ਆ, ਜਦੋਂ ਵਾਈਬ੍ਰੇਟ ਕਰਦੀ ਆ ਤਾਂ ਉਹਦੇ ਕੋਲ ਇੱਕ ਐਨਰਜੀ ਹੁੰਦੀ ਆ। ਕੋਈ ਵੀ ਚੀਜ਼ ਜੋ ਮੂਵ ਕਰਦੀ ਆ, ਵਾਈਬ੍ਰੇਟ ਕਰਦੀ ਆ, ਉਹਦੇ ਕੋਲ ਇੱਕ ਆਪਣੀ ਐਨਰਜੀ ਹੁੰਦੀ ਆ। ਉਸ ਐਨਰਜੀ ਨੂੰ ਅਸੀਂ ਸੋਨਿਕ ਐਨਰਜੀ ਕਹਿੰਦੇ ਹਾਂ। ਦਿਸ ਐਨਰਜੀ ਫਲੋਜ਼ ਫਰੋਮ ਦ ਸਬਸਟੈਂਸ ਇਨ ਦ ਫੋਰਮ ਆਫ ਸਾਊਂਡ ਵੇਵਸ। ਉਸ ਜਿਹੜੀ ਐਨਰਜੀ ਫਲੋ ਕਰਦੀ ਆ, ਉਹ ਇੱਕ ਵੇਵਸ ਦੇ ਥਰੂ ਕਰਦੀ ਆ, ਜਿਹਨੂੰ ਅਸੀਂ ਕਹਿੰਦੇ ਹਾਂ ਸਾਊਂਡ ਵੇਵਸ। ਹੁਣ ਫੋਰ ਐਗਜ਼ਾਮਪਲ, ਜਿਵੇਂ ਕਿ ਮੈਂ ਬੋਲ ਰਹੀ ਹਾਂ, ਤੁਸੀਂ ਮੈਨੂੰ ਸੁਣ ਪਾ ਰਹੇ ਹੋ, ਤਾਂ ਤੁਹਾਡੇ ਤੱਕ ਜੋ ਆਵਾਜ਼ ਆ ਰਹੀ ਆ, ਦੈਟ ਇਜ਼ ਡਿਊ ਟੂ ਸਾਊਂਡ ਵੇਵਸ ਔਰ ਦੈਟ ਇਜ਼ ਸੋਨਿਕ ਐਨਰਜੀ। ਔਰ ਜੋ ਮੈਂ ਬੋਲ ਰਹੀ ਹਾਂ, ਮੇਰੀ ਵੋਇਸ ਵਿੱਚੋਂ ਜੋ ਵੇਵਸ ਆ ਰਹੀਆਂ ਨੇ, ਠੀਕ ਹੈ, ਜਦੋਂ ਮੈਂ ਬੋਲ ਰਹੀ ਹਾਂ, ਮੇਰੇ ਵਿੱਚੋਂ ਸਾਊਂਡ ਵੇਵਸ ਪ੍ਰੋਡਿਊਸ ਹੋ ਰਹੀਆਂ ਨੇ ਜਦੋਂ ਮੈਂ ਬੋਲਦੀ ਹਾਂ, ਹੈ ਨਾ। ਤਾਂ ਉਹ ਐਨਰਜੀ ਪੋਜ਼ੈਸ ਕੀਤੀ ਹੋਈ ਆ ਉਹਨਾਂ ਵੇਵਸ ਨੇ, ਤਾਂ ਉਹਨਾਂ ਦੇ ਉਹਦੀ ਉਸ ਚੀਜ਼ ਨੂੰ ਅਸੀਂ ਕੀ ਕਹਿੰਦੇ ਹਾਂ, ਸੋਨਿਕ ਐਨਰਜੀ। ਤਾਂ ਉਹ ਸਾਊਂਡ ਵੇਵਸ ਦੀ ਫੋਰਮ ਦੇ ਵਿੱਚ ਐਨਰਜੀ ਫਲੋ ਹੁੰਦੀ ਆ। ਫੋਰ ਐਗਜ਼ਾਮਪਲ, ਜਿਵੇਂ ਕੋਈ ਮਿਊਜ਼ਿਕ ਇੰਸਟਰੂਮੈਂਟ ਆ, ਉਹਦੇ ਵਿੱਚੋਂ ਸਾਊਂਡ ਆ ਰਹੀ ਆ, ਦੈਟ ਇਜ਼ ਕਾਲਡ ਸਾਊਂਡ ਐਨਰਜੀ ਔਰ ਸੋਨਿਕ ਐਨਰਜੀ। ਨੈਕਸਟ ਇਜ਼ ਨਿਊਕਲੀਅਰ ਐਨਰਜੀ। ਨਿਊਕਲੀਅਰ ਤੋਂ ਹੀ ਪਤਾ ਲੱਗ ਰਿਹਾ ਵਾ, ਠੀਕ ਹੈ, ਨਿਊਕਲੀਅਸ ਦੇ ਨਾਲ ਰਿਲੇਟਡ ਹੈਗੀ ਆ ਇਹ ਵੀ ਜਿਹੜੀ ਆਪਣੀ ਐਨਰਜੀ ਆ। ਇਟ ਇਜ਼ ਦੀ ਐਨਰਜੀ ਪ੍ਰੈਜ਼ੈਂਟ ਇਨ ਦ ਨਿਊਕਲੀਅਸ ਆਫ ਦ ਐਟਮ। ਨਿਊਕਲੀਅਸ ਦੇ ਵਿੱਚ ਜਿਹੜੀ ਐਨਰਜੀ ਆ, ਐਟਮ ਆ ਆਪਣੇ ਕੋਲ, ਐਟਮ ਦੇ ਕੋਲ ਨਿਊਕਲੀਅਸ ਆ। ਨਿਊਕਲੀਅਸ ਦੀ ਜੋ ਐਨਰਜੀ ਆ, ਹੈ ਨਾ, ਨਿਊਕਲੀਅਸ ਦੇ ਵਿੱਚ ਜਿਹੜੀ ਐਨਰਜੀ ਪ੍ਰੈਜ਼ੈਂਟ ਆ, ਉਹਨੂੰ ਅਸੀਂ ਨਿਊਕਲੀਅਰ ਐਨਰਜੀ ਕਹਿੰਦੇ ਹਾਂ। ਨਿਊਕਲੀਅਰ ਐਨਰਜੀ ਰਿਲੀਜ਼ਸ ਵੈਨ ਦਾ ਨਿਊਕਲੀਅਸ ਕੰਬਾਈਨਸ ਔਰ ਸੈਪਰੇਟ। ਨਿਊਕਲੀਅਰ ਐਨਰਜੀ ਕਦੋਂ ਰਿਲੀਜ਼ ਹੁੰਦੀ ਹੈ, ਜਦੋਂ ਦੋ ਨਿਊਕਲੀਅਸ ਆਪਸ ਦੇ ਵਿੱਚ ਕੰਬਾਈਨ ਹੁੰਦੇ ਨੇ ਜਾਂ ਫਿਰ ਸੈਪਰੇਟ ਹੁੰਦੇ ਨੇ ਜਾਂ ਫਿਰ ਆਪਸ ਵਿੱਚ ਕੰਬਾਈਨ ਕਰਦੇ ਨੇ, ਤਾਂ ਉਦੋਂ ਜਿਹੜੀ ਐਨਰਜੀ ਨਿਕਲਦੀ ਆ, ਉਸ ਨੂੰ ਅਸੀਂ ਨਿਊਕਲੀਅਰ ਐਨਰਜੀ ਕਹਿੰਦੇ ਹਾਂ। ਦੇਅਰਫੋਰ ਵੀ ਕੈਨ ਸੇ ਦੈਟ ਐਵਰੀ ਐਟਮ ਇਨ ਦਿਸ ਯੂਨੀਵਰਸ ਕੰਪਰਾਈਜ਼ਸ ਆਫ ਨਿਊਕਲੀਅਸ ਐਨਰਜੀ। ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਯੂਨੀਵਰਸ ਦੇ ਵਿੱਚ ਕੋਈ ਵੀ ਐਟਮ ਆ, ਈਚ ਐਂਡ ਐਵਰੀ ਐਟਮ, ਹਰ ਇੱਕ ਐਟਮ ਦੇ ਕੋਲ ਆਪਣੀ ਇੱਕ ਨਿਊਕਲੀਅਸ ਐਨਰਜੀ ਜ਼ਰੂਰ ਹੋਏਗੀ। ਫੋਰ ਐਗਜ਼ਾਮਪਲ, ਯੂਰੇਨੀਅਮ ਇਜ਼ ਅ ਰੇਡੀਓ ਐਕਟਿਵ ਮੈਟਲ ਕੈਪੇਬਲ ਆਫ ਪ੍ਰੋਡਿਊਸਿੰਗ ਨਿਊਕਲੀਅਰ ਐਨਰਜੀ ਇਨ ਨਿਊਕਲੀਅਰ ਪਾਵਰ ਪਲਾਂਟਸ। ਹੁਣ ਇੱਥੇ ਗੱਲ ਅਸੀਂ ਕਰਦੇ ਹਾਂ ਨਿਊਕਲੀਅਰ ਪਾਵਰ ਪਲਾਂਟਸ ਦੀ, ਹੈ ਨਾ, ਜਿੱਥੇ ਨਿਊਕਲੀਅਰ ਐਨਰਜੀ ਜਿਹੜੀ ਆ ਪ੍ਰੋਡਿਊਸ ਕੀਤੀ ਜਾਂਦੀ ਆ। ਸੋ ਉੱਥੇ ਇੱਕ ਯੂਰੇਨੀਅਮ ਨਾਂ ਦਾ ਰੇਡੀਓ ਐਕਟਿਵ ਮੈਟਲ ਪਾਈ ਜਾਂਦੀ ਆ। ਜਦੋਂ ਉਹ ਬ੍ਰੇਕ ਕਰਦਾ ਜਾਂ ਜਦੋਂ ਉਹ ਫਿਊਜ਼ ਕਰਦਾ, ਜਦੋਂ ਉਹਨਾਂ ਵਿੱਚ ਫਿਊਜ਼ਨ ਹੁੰਦਾ ਜਾਂ ਫਿਜ਼ਨ ਹੁੰਦਾ, ਜਦੋਂ ਉਹਨਾਂ ਦੇ ਨਿਊਕਲੀਅਸ ਬ੍ਰੇਕ ਕਰਦੇ ਆ ਜਾਂ ਫਿਰ ਕੰਬਾਈਨ ਹੁੰਦੇ ਆ, ਤਾਂ ਉਹਨਾਂ ਵਿੱਚੋਂ ਇੱਕ ਐਨਰਜੀ ਨਿਕਲਦੀ ਹੈ ਨਿਊਕਲੀਅਰ ਪਾਵਰ ਪਲਾਂਟਸ ਤੋਂ, ਜਿਨ੍ਹਾਂ ਨੂੰ ਅਸੀਂ ਨਿਊਕਲੀਅਰ ਐਨਰਜੀ ਕਹਿੰਦੇ ਹਾਂ। ਤੁਸੀਂ ਨਿਊਕਲੀਅਰ ਪਾਵਰ ਪਲਾਂਟ ਦੇਖੇ ਵੀ ਹੋਣਗੇ, ਜਿਨ੍ਹਾਂ ਦੇ ਵਿੱਚੋਂ ਅਸੀਂ ਕਹਿੰਦੇ ਹਾਂ ਕਿ ਬਹੁਤ ਸਾਰੀ ਐਨਰਜੀ ਜਿਹੜੀ ਹੈ ਉਹ ਪ੍ਰੋਡਿਊਸ ਕੀਤੀ ਜਾਂਦੀ ਹੈ। ਨੈਕਸਟ ਇਜ਼ ਲਾਈਟ ਐਨਰਜੀ। ਇਟ ਇਜ਼ ਦੀ ਐਨਰਜੀ ਡਿਊ ਟੂ ਲਾਈਟ ਕਰਕੇ ਜਿਹੜੀ ਐਨਰਜੀ ਆ, ਉਹਨੂੰ ਅਸੀਂ
ਲਾਈਟ ਐਨਰਜੀ ਕਹਿੰਦੇ ਆ, ਜਾਂ ਅਸੀਂ ਉਹਨੂੰ EM ਵੇਵਸ ਵੀ ਕਹਿ ਦਿੰਦੇ ਹਾਂ। EM ਵੇਵਸ ਮਤਲਬ ਇਲੈਕਟ੍ਰੋਮੈਗਨੈਟਿਕ ਵੇਵਸ, electromagnetic waves, it is written here, and it is also called radiant energy or electromagnetic energy। ਇਹਦੇ ਬਹੁਤ ਸਾਰੇ ਨਾਮ ਨੇ, ਤੁਸੀਂ ਕਿਸੇ ਵੀ ਨਾਮ ਦੇ ਨਾਲ ਤੁਹਾਨੂੰ ਪੁੱਛਿਆ ਜਾ ਸਕਦਾ ਵਾ ਕਿ ਰੇਡੀਐਂਟ ਐਨਰਜੀ ਕੀ ਆ, ਸਿਰਫ ਨੇਮ ਚੇਂਜ ਕਰਕੇ ਆਉਣਾ। ਇਲੈਕਟ੍ਰੋਮੈਗਨੈਟਿਕ ਐਨਰਜੀ ਕੀ ਆ, ਇਲੈਕਟ੍ਰੋਮੈਗਨੈਟਿਕ ਵੇਵਸ ਦੇ ਕਰਕੇ ਜੋ ਐਨਰਜੀ ਆ ਉਹਨੂੰ ਕੀ ਕਿਹਾ ਜਾਂਦਾ। ਐਂਡ ਲਾਈਟ ਐਨਰਜੀ ਕਿਹਦੇ ਤੋਂ ਸਾਨੂੰ ਮਿਲਦੀ ਆ, ਫਰੋਮ ਦਾ ਸਨ। ਲਾਈਟ ਐਨਰਜੀ ਸਾਨੂੰ ਸਨ ਤੋਂ ਮਿਲਦੀ ਆ। Next is electrical energy. It is the kind of kinetic energy caused due to the motion of electrons। ਹੁਣ ਇਲੈਕਟ੍ਰੋਨਸ ਆਪਣੇ ਹਮੇਸ਼ਾ ਹੀ ਮੂਵ ਕਰਦੇ ਰਹਿੰਦੇ ਆ, ਹੈ ਨਾ, ਅਤੇ ਉਹਨਾਂ ਦੇ ਕਰਕੇ ਮੋਸ਼ਨ ਦੇ ਵਿੱਚ ਜਦੋਂ ਇਲੈਕਟ੍ਰੋਨਸ ਰਹਿੰਦੇ ਆ ਤਾਂ ਉਹਨਾਂ ਕਰਕੇ ਜੋ ਐਨਰਜੀ ਬਣਦੀ ਆ ਦੈਟ ਇਜ਼ ਕਿਨੈਟਿਕ ਐਨਰਜੀ। ਸੋ ਉਹੀ ਐਨਰਜੀ ਜਿਹੜੀ ਆ ਇਲੈਕਟ੍ਰੀਕਲ ਐਨਰਜੀ ਕਹਾਉਂਦੀ ਆ। ਸੋ ਇਹ ਡਿਪੈਂਡ ਕਰਦੀ ਆ ਸਪੀਡ ਆਫ ਦ ਇਲੈਕਟ੍ਰੋਨਸ ਦੇ ਉੱਤੇ ਕਿ ਕਿੰਨੀ ਜ਼ਿਆਦਾ ਸਪੀਡ ਦੇ ਨਾਲ ਇਲੈਕਟ੍ਰੋਨਸ ਮੂਵ ਕਰ ਰਹੇ ਆ। ਅਗਰ ਸਪੀਡ ਇਨਕਰੀਜ਼ ਕਰੇਗੀ ਤਾਂ ਇਲੈਕਟ੍ਰੀਕਲ ਐਨਰਜੀ ਵੀ ਇਨਕਰੀਜ਼ ਕਰੇਗੀ। ਸੋ ਇਲੈਕਟ੍ਰਿਸਿਟੀ ਪ੍ਰੋਡਿਊਸਡ ਬਾਈ ਅ ਬੈਟਰੀ ਲਾਈਟਿੰਗ ਐਟ ਥੰਡਰ ਸਟੋਰਮ, ਜਾਂ ਫਿਰ ਜਦੋਂ ਬਿਜਲੀ ਚਮਕਦੀ ਆ, ਹੈ ਨਾ, ਬਿਜਲੀ ਚਮਕਦੀ ਆ ਤਾਂ ਕੀ ਹੁੰਦਾ ਵਾ, ਬਿਜਲੀ ਬਣਦੀ ਆ ਤਾਂ ਉਹਦੇ ਵਿੱਚ ਵੀ ਕਿਹੜੀ ਐਨਰਜੀ ਹੁੰਦੀ ਆ, ਬਿਜਲੀ ਲਿਸ਼ਕਦੀ ਹੈ ਜਦੋਂ ਥੰਡਰ ਸਟੋਰਮ ਦੇ ਨਾਲ, ਤਾਂ ਉਹਦੇ ਵਿੱਚ ਵੀ ਇਲੈਕਟ੍ਰੀਕਲ ਐਨਰਜੀ ਹੁੰਦੀ ਹੈ, ਜਾਂ ਅਸੀਂ ਬੈਟਰੀ ਸੈੱਲ ਦੇ ਵਿੱਚ ਵੀ ਕਹਿ ਸਕਦੇ ਹਾਂ, ਕਿਉਂਕਿ ਬੈਟਰੀ ਵੀ ਕੀ ਪ੍ਰੋਡਿਊਸ ਕਰਦੀ ਹੈ, ਇਲੈਕਟ੍ਰਿਸਿਟੀ ਪ੍ਰੋਡਿਊਸ ਕਰਦੀ ਆ। ਤਾਂ ਆਪਾਂ ਕਹਾਂਗੇ ਕਿ ਉਹਨਾਂ ਦੇ ਵਿੱਚ ਇਲੈਕਟ੍ਰੀਕਲ ਐਨਰਜੀ ਹੁੰਦੀ ਆ। ਨੈਕਸਟ ਇਜ਼ ਪਾਵਰ। ਪਾਵਰ ਕੀ ਹੁੰਦਾ, ਪਾਵਰ ਇਜ਼ ਡਿਫਾਈਨਡ ਐਜ਼ ਦੀ ਰੇਟ ਆਫ ਡੂਇੰਗ ਵਰਕ, ਕਿੰਨਾ ਵਰਕ ਕੀਤਾ, ਠੀਕ ਹੈ, ਕਿੰਨੇ ਟਾਈਮ ਦੇ ਵਿੱਚ ਕੀਤਾ, ਦੈਟ ਇਜ਼ ਪਾਵਰ। P is equal to W/T। ਸੋ ਵੈਨ ਵਰਕ ਇਜ਼ ਡਨ ਐਨ ਇਕੁਅਲ ਅਮਾਊਂਟ ਆਫ ਐਨਰਜੀ ਇਜ਼ ਕੰਜ਼ਿਊਮਡ। ਜਦੋਂ ਦੇਖੋ ਪਾਵਰ ਜਿਹੜੀ ਆ ਕਿਹਦੇ ਇਕੁਅਲ ਆ, ਵਰਕ ਅਪੋਨ ਟਾਈਮ ਦੇ ਇਕੁਅਲ ਆ, ਕਿ ਕਿੰਨਾ ਵਰਕ ਜਿਹੜਾ ਕੀਤਾ ਜਾ ਰਿਹਾ। ਦੇਖੋ ਜਿੰਨਾ ਜ਼ਿਆਦਾ ਵਰਕ ਹੋਏਗਾ ਉਨੀ ਹੀ ਪਾਵਰ ਲੱਗੇਗੀ। ਅਗਰ ਵਰਕ ਘੱਟ ਆ ਤਾਂ ਪਾਵਰ ਵੀ ਘੱਟ ਲੱਗੇਗੀ, ਅਗਰ ਵਰਕ ਜ਼ਿਆਦਾ ਹੈ ਤਾਂ ਪਾਵਰ ਵੀ ਜ਼ਿਆਦਾ ਲੱਗੇਗੀ, ਠੀਕ ਹੈ। ਵਰਕ ਜ਼ਿਆਦਾ ਪਾਵਰ ਜ਼ਿਆਦਾ, ਵਰਕ ਘੱਟ ਆ ਪਾਵਰ ਘੱਟ ਲੱਗੇਗੀ। ਸੋ ਵਰਕ ਇਜ਼ ਡਨ ਇਕੁਅਲ ਟੂ ਦੀ ਅਮਾਊਂਟ ਆਫ ਐਨਰਜੀ ਇਜ਼ ਕੰਜ਼ਿਊਮਡ। ਵਰਕ ਅਗਰ ਕੀਤਾ ਜਾਂਦਾ ਤਾਂ ਐਨਰਜੀ ਵੀ ਉਨੀ ਹੀ ਲੱਗਦੀ ਹੈ, ਸਾਡੀ ਇਕੁਅਲ ਅਮਾਊਂਟ ਦੇ ਵਿੱਚ ਲੱਗਦੀ ਆ। ਸੋ ਪਾਵਰ ਵੀ ਇੱਕ ਸਕੇਲਰ ਕੁਆਂਟਿਟੀ ਹੈ, ਜਿਵੇਂ ਆਪਾਂ ਪਿਛਲੇ ਸਲਾਈਡਸ ਦੇ ਵਿੱਚ ਕੀਤਾ ਸੀਗੀਆਂ ਬਾਕੀ ਦੀਆਂ ਐਨਰਜੀ ਦੀਆਂ, ਵਰਕ ਦੀਆਂ। The SI ਯੂਨਿਟ ਆਫ ਪਾਵਰ ਇਜ਼ ਵਾਟ। ਵਾਟ ਇੱਕ ਸਾਇੰਟਿਸਟ ਦਾ ਨਾਮ ਸੀ, ਉਹਨੇ ਜਦੋਂ ਇਸ ਬਾਰੇ ਸਟੱਡੀ ਕੀਤੀ ਤਾਂ ਉਹਨੇ ਆਪਣਾ ਨੇਮ ਜਿਹੜਾ ਵਾ ਉਹਦੀ ਯੂਨਿਟ ਰੱਖ ਦਿੱਤੀ ਵਾਟ। ਵਾਟ ਇਹਦੀ SI ਯੂਨਿਟ ਹੈ ਐਂਡ ਇਜ਼ ਡਿਨੋਟਡ ਬਾਈ W ਦੇ ਨਾਲ ਵਾਟ ਨੂੰ ਡਿਨੋਟ ਕੀਤਾ ਜਾਂਦਾ ਵਾ। ਵਰਕ ਨਾ ਸਮਝ ਲੈਣਾ, ਇਟ ਇਜ਼ W, ਵਾਟ। Next, power of the electrical appliance tells us that the rate of which electrical energy is consumed by it। ਹੁਣ ਆਪਣੇ ਘਰਾਂ ਦੇ ਵਿੱਚ ਆਪਾਂ ਬਹੁਤ ਸਾਰੇ ਅਪਲਾਇੰਸ ਯੂਜ਼ ਕਰਦੇ ਆ, ਹੈ ਨਾ, ਫਿਰ ਪਹਿਲਾਂ ਆਪਾਂ ਪੁੱਛਦੇ ਹਾਂ ਕਿ ਕਿੰਨੇ ਵਾਟ ਦਾ, ਆਪਾਂ ਇਹ ਪੁੱਛਦੇ ਹਾਂ, ਆਪਾਂ ਕਦੇ ਇਹ ਨਹੀਂ ਕਹਿੰਦੇ ਹੈਗੇ ਕਿ ਕਿੰਨੀ ਪਾਵਰ ਦਾ। ਆਪਣੇ ਮਾਈਂਡ ਦੇ ਵਿੱਚ ਹਮੇਸ਼ਾ ਆਉਂਦਾ ਕਿ ਕਿੰਨੇ ਵਾਟ ਦੀ ਇਹ ਚੀਜ਼ ਆ। ਵਾਟ ਮਤਲਬ ਉਹ ਪਾਵਰ ਤੋਂ ਹੀ ਹੁੰਦਾ ਕਿ ਉਹਨੇ ਕਿੰਨੀ ਇਲੈਕਟ੍ਰੀਕਲ ਐਨਰਜੀ ਕੰਜ਼ਿਊਮ ਕਰਨੀ ਆ। ਅਗਰ ਇਹ ਅਪਲਾਇੰਸ ਚੱਲੇਗਾ ਤਾਂ ਇਹਨੇ ਕਿੰਨੀ ਇਲੈਕਟ੍ਰੀਕਲ ਐਨਰਜੀ ਜਿਹੜੀ ਆ ਕੰਜ਼ਿਊਮ ਕਰਨੀ ਹੈ, ਕਿ ਕਿੰਨੀ ਖਪਤ ਕਰੇਗਾ, ਕਿੰਨੀ ਖਾਂਦਾ ਬਿਜਲੀ ਇਹ। ਸੋ ਦੈਟ ਇਜ਼ ਬੇਸਿਕਲੀ ਦੈਟ ਇਜ਼ ਪਾਵਰ। ਸੋ ਵਾਟ ਇਜ਼ ਦੀ ਸਮੋਲਰ ਯੂਨਿਟ ਆਫ ਪਾਵਰ। ਵਾਟ ਜਿਹੜੀ ਹੈ ਇਹਦੀ ਛੋਟੀ ਯੂਨਿਟ ਆ, ਜਿਵੇਂ ਆਪਾਂ ਮੀਟਰ ਜਾਂ ਸੈਂਟੀਮੀਟਰ ਕਰਦੇ ਆ, ਛੋਟੀ ਯੂਨਿਟ ਆ। ਅਤੇ ਜਦੋਂ ਆਪਾਂ ਕਹਿੰਦੇ ਹਾਂ ਕਿ ਵੱਡੀ ਯੂਨਿਟ ਆ, ਫਿਰ ਆਪਾਂ ਕਿਲੋਮੀਟਰ ਦੀ ਗੱਲ ਕਰਦੇ ਹਾਂ, ਹੈ ਨਾ। ਇਸੇ ਤਰੀਕੇ ਨਾਲ ਵਾਟ ਦੀ ਜਿਹੜੀ ਛੋਟੀ ਯੂਨਿਟ ਦੈਟ ਇਜ਼ ਪਾਵਰ ਦੀ ਛੋਟੀ ਯੂਨਿਟ ਹੈ ਦੈਟ ਇਜ਼ ਵਾਟ। ਅਤੇ ਅਗਰ ਆਪਾਂ ਜ਼ਿਆਦਾ ਵੱਡੀ ਦੀ ਗੱਲ ਕਰੀਏ ਦੈਟ ਇਜ਼ ਕਿਲੋ ਵਾਟ। ਕਿਲੋ ਵਾਟ ਜਾਂ ਫਿਰ ਉਸ ਤੋਂ ਵੀ ਜ਼ਿਆਦਾ ਨੈਕਸਟ ਹੈਗੀ ਆ ਮੈਗਾ ਵਾਟ। ਇਹ ਸਾਰੀਆਂ ਯੂਨਿਟਸ ਤੁਹਾਨੂੰ ਇਹਦੇ ਵਿੱਚ ਦਿੱਤੀਆਂ ਹੋਈਆਂ, ਤੁਸੀਂ ਰੀਡ ਕਰ ਸਕਦੇ ਹੋ। ਨੈਕਸਟ 1 ਕਿਲੋ ਵਾਟ ਜਿਹੜਾ ਉਹਦੇ ਵਿੱਚ ਕਿੰਨੇ ਵਾਟ ਹੁੰਦੇ ਨੇ, 1000 ਵਾਟ। ਸੋ one bigger unit is horse power। ਅਤੇ ਇੱਕ ਹਾਰਸ ਪਾਵਰ ਦੇ ਵਿੱਚ ਕਿੰਨੇ ਵਾਟ ਹੁੰਦੇ ਨੇ, ਇੱਕ ਬਿਗਰ ਯੂਨਿਟ ਆ ਜਿਹਨੂੰ ਅਸੀਂ ਹਾਰਸ ਪਾਵਰ ਕਹਿੰਦੇ ਹਾਂ। ਜਦੋਂ ਕੋਈ ਵੀ ਵਾਟ
746 ਵਾਟ ਦੇ ਇਕੁਅਲ ਹੋ ਜਾਵੇ। ਜਦੋਂ ਕੋਈ ਵੀ ਪਾਵਰ ਕਿਸੇ ਵੀ ਅਪਲਾਈੰਸ ਦੀ 746 ਵਾਟ ਦੇ ਇਕੁਅਲ ਹੋ ਜਾਵੇ, ਫਿਰ ਆਪਾਂ ਉਹਨੂੰ ਕਹਿੰਦੇ ਹਾਂ ਕਿ ਇਹ 1 ਹਾਰਸ ਪਾਵਰ ਦੇ ਇਕੁਅਲ ਆ, ਕਿ ਇਹਦੀ ਜਿਹੜੀ ਯੂਨਿਟ ਆ ਦੈਟ ਇਜ਼ ਇਕੁਅਲ ਟੂ 746 ਵਾਟ ਆ। ਠੀਕ ਹੈ, ਉਹਦੀ ਜਿਹੜੀ ਪਾਵਰ ਆ 746 ਵਾਟ ਆ, ਤਾਂ ਅਸੀਂ ਉਹਨੂੰ ਫਿਰ 1 ਹਾਰਸ ਪਾਵਰ ਦੇ ਬਰਾਬਰ ਕਾਊਂਟ ਕਰਦੇ ਹਾਂ। Next is commercial unit of energy. Commercial unit of energy is kilowatt hour, which is written as kWh. Commercial मतलब ਜਦੋਂ ਕੋਈ ਵੀ ਸਾਡੇ ਕੋਲ ਇੰਡਸਟਰੀ ਦੀ ਗੱਲ ਕਰੀਏ, ਜਿਹੜੀ ਪਹਿਲੀ ਪਾਵਰ ਸੀ ਉਹ ਸਾਡੇ ਘਰਾਂ ਵਿੱਚ ਵੀ ਤੱਕ ਵੀ ਆਉਂਦੀ ਆ, ਅਪਲਾਇੰਸ ਜਿਹੜੇ ਆ ਉਹ ਘਰਾਂ ਤੱਕ ਆਉਂਦੇ ਆ। ਬਟ ਜਦੋਂ ਅਸੀਂ ਇੰਡਸਟਰੀ ਦੀ ਗੱਲ ਕਰੀਏ, ਇੰਡਸਟਰੀ ਨੂੰ ਬਹੁਤ ਜ਼ਿਆਦਾ ਪਾਵਰ ਦੀ ਲੋੜ ਹੁੰਦੀ ਆ, ਬਿਜਲੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ, ਤਾਂ ਉੱਥੇ ਕਮਰਸ਼ੀਅਲ ਯੂਨਿਟ ਆਫ ਐਨਰਜੀ ਚੱਲੇਗੀ, ਤਾਂ ਉਹ ਕਿਲੋਵਾਟ ਆਵਰਸ ਇੱਦਾਂ KWH ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਯੂਨਿਟਸ ਨੇ ਬਣਦੀਆਂ ਨੇ। ਸੋ ਇਲੈਕਟ੍ਰੀਕਲ ਐਨਰਜੀ ਦੀ ਜਿਹੜੀ SI ਯੂਨਿਟ ਹੈ ਦੈਟ ਇਜ਼ ਜੂਲ। 1 kilowatt hour is the energy used in 1 hour at a rate of 1000 joule per second. ਠੀਕ ਹੈ, 1 ਕਿਲੋਵਾਟ ਦੀ ਹੀ ਗੱਲ ਕਰ ਰਹੇ ਹਾਂ ਆਪਾਂ ਇੱਥੇ। 1 ਕਿਲੋਵਾਟ ਜਿਹੜਾ ਉਹਦੇ ਰੇਟ ਦੇ ਨਾਲ ਚੱਲਦਾ ਵਾ, ਅਤੇ 1 ਘੰਟੇ ਦੇ ਵਿੱਚ ਜਿਹੜੀ ਐਨਰਜੀ ਯੂਜ਼ ਕੀਤੀ ਜਾਂਦੀ ਆ, ਠੀਕ ਹੈ, ਕਿਸ ਰੇਟ ਦੇ ਨਾਲ? 1 ਕਿਲੋਵਾਟ ਦੇ ਨਾਲ। 1 ਘੰਟੇ ਦੇ ਵਿੱਚ ਜਿਹੜੀ ਐਨਰਜੀ ਯੂਜ਼ ਕੀਤੀ ਜਾਂਦੀ ਹੈ ਦੈਟ ਇਜ਼ 1 ਕਿਲੋਵਾਟ ਪਰ ਆਰ। ਮਤਲਬ ਕਿ 1 ਘੰਟੇ ਦੇ ਵਿੱਚ ਜੋ ਐਨਰਜੀ ਯੂਜ਼ ਕੀਤੀ ਜਾਂਦੀ ਆ, ਅਸੀਂ ਉਹਨੂੰ 1 ਕਿਲੋਵਾਟ ਆਰ ਕਹਿੰਦੇ ਹਾਂ। 1 ਕਿਲੋਵਾਟ ਆਰ 1, ਜਾਂ ਫਿਰ ਅਸੀਂ KWH ਵੀ ਕਹਿ ਦਿੰਦੇ ਹਾਂ। ਸੋ 1 KWH ਇਜ਼ ਇਕੁਅਲ ਟੂ ਕਿਹਦੇ ਬਰਾਬਰ ਆ? 1 KW ਮਲਟੀਪਲਾਈ ਬਾਈ 1 ਆਰ। ਸੋ 1 KW ਦੇ ਵਿੱਚ ਕਿੰਨੇ ਜੂਲ ਪਰ ਕਿੰਨੇ ਵਾਟ ਹੁੰਦੇ ਨੇ? 1000 ਵਾਟ। ਅਤੇ 1 ਘੰਟੇ ਦੇ ਵਿੱਚ ਕਿੰਨੇ ਸੈਕਿੰਡਸ ਹੁੰਦੇ ਨੇ? 3600 ਸੈਕਿੰਡਸ। ਸੋ ਅਸੀਂ ਇਹਨੂੰ ਟੋਟਲੀ ਜੂਲ ਦੇ ਵਿੱਚ ਕਨਵਰਟ ਕਰ ਲਿਆ। ਸੋ 1 ਕਿਲੋਵਾਟ ਆਰ ਦੇ ਵਿੱਚ 3.6 ਮਲਟੀਪਲਾਈ ਬਾਈ 10⁻6 ਜੂਲ ਜਿਹੜੇ ਨੇ ਆਪਣੇ ਕੋਲ ਹੁੰਦੇ ਨੇ। 1 ਕਿਲੋਵਾਟ ਆਰ ਦੇ ਵਿੱਚ 3.6 ਇੰਟੂ 10⁻6 ਜੂਲ ਜਿਹੜੀ ਆ ਐਨਰਜੀ ਹੁੰਦੀ ਆ। ਸੋ ਤੁਸੀਂ ਇਹ ਜਿਹੜੀਆਂ ਚੀਜ਼ਾਂ ਨੇ ਰਿਟਨ ਪ੍ਰੈਕਟਿਸ ਕਰਨੀ ਹੈ, ਤੁਹਾਨੂੰ ਤਾਂ ਹੀ ਆਏਗਾ, ਯਾਦ ਵੀ ਤਾਂ ਹੀ ਰਹਿਣੀਆਂ ਨੇ। ਰਿਟਨ ਪ੍ਰੈਕਟਿਸ ਤੋਂ ਬਿਨਾਂ ਕੁਛ ਨਹੀਂ ਹੋਏਗਾ। ਜਿਹੜੇ ਬੱਚੇ ਰਿਟਨ ਪ੍ਰੈਕਟਿਸ ਨਾਲ ਨਾਲ ਕਰਨਗੇ ਉਹਨਾਂ ਨੂੰ ਇਹ ਚੀਜ਼ਾਂ ਯਾਦ ਰਹਿਣਗੀਆਂ। ਚੈਪਟਰ ਬਹੁਤ ਈਜ਼ੀ ਆ, ਨਿਊਮੈਰੀਕਲ ਬੇਸਡ ਆ। ਨਿਊਮੈਰੀਕਲ ਵੀ ਪੁੱਛੇ ਜਾ ਸਕਦੇ ਨੇ, ਡਿਫਰੈਂਸ ਵੀ ਪੁੱਛੇ ਜਾ ਸਕਦੇ ਨੇ, ਅਤੇ ਡੈਫੀਨੇਸ਼ਨਸ ਹੋ ਗਈਆਂ, ਡਿਫਾਈਨ ਹੋ ਗਏ, SI ਯੂਨਿਟਸ ਹੋ ਗਈਆਂ, ਡੈਰੀਵੇਸ਼ਨਸ ਹੋ ਗਈਆਂ, ਅਤੇ ਹੋਰ ਵੀ ਜੋ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ ਐਨਰਜੀਜ਼ ਦੀਆਂ ਡਿਫਰੈਂਟ ਟਾਈਪਸ ਹੋ ਗਈਆਂ। ਇਹ ਸਭ ਕੁਛ ਜਿਹੜਾ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਵਾ। ਸੋ ਅੱਜ ਲਈ ਅਸੀਂ ਇੰਨਾ ਹੀ ਕਰਦੇ ਹਾਂ। ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਏਗੀ। ਇਫ ਯੂ ਲਾਈਕ ਦਿਸ ਵੀਡੀਓ ਕਾਈਂਡਲੀ like, comment and share this video more and more. Spread this channel with your friends, share your views also, and next video ਦੇ ਵਿੱਚ ਮਿਲਦੇ ਆ। ਤਦ ਤੱਕ ਲਈ ਥੈਂਕ ਯੂ ਸੋ ਮਚ।